सत श्री अकाल जी। मैं है गगनदीप सिंह अनंतपुरी ते मेरे नाल मेरे साथी ने रूही ग्रोवर जी। सारिਆਂ ਨੂੰ मेरी प्यार भरी सत श्री अकाल। ਤੇ ਅਸੀਂ ਅੱਜ ਦੇ ਦਿਨ ਦੀ ਸ਼ੁਰੂਆਤ ਕਰੀਏ, ਯਾਨੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਤੇ ਅੱਜ ਦਾ ਜੋ ਦਿਨ ਹੈ ਸੋਮਵਾਰ ਦਾ ਆ 14 ਮਾਰਚ 2022 ਤੇ ਅਸੀਂ ਦੇਸੀ ਮਹੀਨੇ ਦੀ ਗੱਲ ਕਰੀਏ ਤੇ ਅੱਜ ਜਿਹੜਾ ਆ ਇੱਕ ਚੇਤ ਦਾ ਜਿਹੜਾ ਮਹੀਨਾ ਆ, ਪਹਿਲੀ ਚੇਤ ਦਾ ਮਹੀਨਾ ਆ ਤੇ ਇਸ ਪਹਿਲੀ ਚੇਤ ਦੇ ਮਹੀਨੇ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਹੈ। ਅਗਰ ਨਹੀਂ ਪਤਾ ਤਾਂ ਤੁਹਾਨੂੰ ਮੈਂ ਦੱਸ ਦੇਣਾ, ਕਿਉਂ ਰੋਹੀ ਜੀ? ਅੱਜ ਇੱਕ ਚੇਤ ਹੈ, ਯਾਨੀ ਕਿ ਜਿਹੜਾ ਦੇਸੀ ਮਹੀਨਿਆਂ ਦਾ ਨਵਾਂ ਸਾਲ ਦਾ ਪਹਿਲਾ ਦਿਨ ਹੈ ਤੇ ਸਾਰੇ ਹੀ ਜਿਹੜੇ ਨੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਿਹੜੀਆਂ ਨੇ ਜਾਂ ਸਮੁੱਚੀ ਕੌਮ ਨੂੰ, ਸਮੁੱਚੇ ਦੇਸ਼ ਨਿਵਾਸੀਆਂ ਨੂੰ ਜਿਹੜਾ ਆ ਦੇਸ਼ਾਂ ਵਿੱਚ ਬੈਠੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਜਿਹੜੇ ਨੇ ਉਹ ਸੰਬੰਧਤ ਰੱਖਦੇ ਹੋਣ ਤਾਂ ਉਹਨਾਂ ਨੂੰ ਜਿਹੜਾ ਆ ਸਾਡੇ ਵੱਲੋਂ, ਸਾਡੇ ਇਸ ਚੈਨਲ ਵੱਲੋਂ, ਰੂਹੀ ਗਰੋਵਰ ਜੀ ਵੱਲੋਂ ਤੇ ਗਗਨਦੀਪ ਸਿੰਘ ਅਨੰਤਪੁਰੀ ਵੱਲੋਂ ਪਿਆਰ ਤੇ ਸਤਿਕਾਰ ਦੇ ਨਾਲ ਜਿਹੜੀਆਂ ਅਸੀਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ ਤੇ ਵਧਾਈ ਵੀ ਦਿੰਦੇ ਆ ਜੀ। ਹਾਂਜੀ ਜੀ। ਤੇ ਜਿਵੇਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਹਮੇਸ਼ਾ ਕਹਿੰਦੇ ਆ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਇੱਥੇ ਪ੍ਰੋਗਰਾਮ ਵਿੱਚ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰਨਾ ਚਾਹੁੰਦੇ ਨੇ, ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਜਾਂ ਫਿਰ ਕੋਈ ਮੈਸੇਜ ਸਾਨੂੰ ਦੇਣਾ ਚਾਹੁੰਦੇ ਨੇ ਅੱਜ ਦੇ ਨਿਊ ਈਅਰ ਤੇ, ਤਾਂ ਥੱਲੇ ਸਕਰੀਨ ਤੇ ਅਸੀਂ ਨੰਬਰ ਦਿੱਤੇ ਹੋਏ ਨੇ, ਤੁਸੀਂ ਸਾਨੂੰ ਉੱਥੇ ਕੰਟੈਕਟ ਕਰ ਸਕਦੇ ਹੋ ਜੀ। ਬਿਲਕੁਲ ਜੀ, ਬਿਲਕੁਲ ਜੀ। ਤੇ ਅੱਜ ਚੇਤ ਦਾ ਮਹੀਨਾ ਆ ਤੇ ਇਸ ਚੇਤ ਦੇ ਮਹੀਨੇ ਦੇ ਵਿੱਚ ਸਾਰਿਆਂ ਨੂੰ ਜਿਹੜਾ ਖੁਸ਼ੀ ਦਾ ਮਾਹੌਲ ਹੈ। ਜਿਵੇਂ ਅਸੀਂ ਅੰਗਰੇਜ਼ੀ ਮਹੀਨੇ ਦਾ 1 ਜਨਵਰੀ ਤੋਂ ਜਿਹੜਾ ਆ ਨਵਾਂ ਸਾਲ ਜਿਹੜਾ ਮਨਾਉਂਦੇ ਆ ਤਾਂ ਉਹ ਤਾਂ ਜਿਹੜਾ ਆ ਅੰਗਰੇਜ਼ਾਂ ਦੇ ਸਮੇਂ ਦਾ ਜਿਹੜਾ ਕੈਲੰਡਰ ਬਣਾਇਆ ਹੋਇਆ ਆ ਉਸ ਸਮੇਂ ਦੇ ਮੁਤਾਬਿਕ ਉਸ ਸਮੇਂ ਦੇ ਵਿੱਚ ਰੂਹੀ ਜੀ, ਮੈਂ ਤੁਹਾਨੂੰ ਜਦੋਂ 1 ਜਨਵਰੀ ਆਈ ਸੀ ਤੇ ਮੈਂ ਆਪਣੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਮੈਂ ਇਹ ਵੀ ਦੱਸਿਆ ਸੀਗਾ ਕਿ ਜਿਹੜਾ ਆ ਅਲੱਗ-ਅਲੱਗ ਤਰ੍ਹਾਂ ਦੇ ਸਾਡੇ ਜਿਹੜਾ ਆ ਪੰਜਾਬ ਦੇ ਵਿੱਚ, ਸਾਡੇ ਦੇਸ਼ 'ਚ ਜਾਂ ਪੂਰੇ ਜਿਹੜਾ ਆ ਸਮੁੱਚੇ ਜਗਤ ਦੇ ਵਿੱਚ ਜਿਹੜਾ ਆ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨੇ ਕੈਲੰਡਰ ਨੇ, ਉਹਦੇ ਵਿੱਚ ਬਿਕਰਮੀ ਸੰਮਤ ਹੈ ਤੇ ਨਾਨਕਸ਼ਾਹੀ ਹੈ ਤੇ ਅੰਗਰੇਜ਼ੀ ਕੈਲੰਡਰ ਹੈ। ਇਹਨਾਂ ਦੇ ਅਲੱਗ-ਅਲੱਗ ਜਿਹੜੇ ਨੇ ਇਤਿਹਾਸ ਨੇ, ਅਲੱਗ-ਅਲੱਗ ਵਜ੍ਹਾ ਨੇ ਕਿਉਂ ਇਸੇ ਬਣੇ ਆ ਜਾਂ ਕਿਵੇਂ ਵੀ ਆ। ਅੱਜ ਵੀ ਅਸੀਂ ਜਿਹੜਾ ਆ ਦੇਸੀ ਕੈਲੰਡਰ ਦੇ ਬਾਰੇ, ਜਿਹੜਾ ਆ ਨਾਨਕਸ਼ਾਹੀ ਦੇ ਬਾਰੇ, ਚਾਹੇ ਉਹ ਅੰਗਰੇਜ਼ੀ ਕੈਲੰਡਰ ਹੋਵੇ ਚਾਹੇ ਉਹ ਬਿਕਰਮੀ ਸੰਮਤ ਕੈਲੰਡਰ ਹੋਵੇ, ਉਹਦੇ ਬਾਰੇ ਜਿਹੜੀ ਅੱਜ ਥੋੜ੍ਹੀ ਜਿਹੀ ਝਾਤ ਮਾਰਾਂਗੇ ਤੇ ਸਾਡੇ ਦਰਸ਼ਕਾਂ ਨੂੰ ਜਿਹੜਾ ਆ ਉਹ ਅਸੀਂ ਜਾਣੂ ਕਰਾਵਾਂਗੇ। ਤੇ ਉਸ ਤੋਂ ਪਹਿਲਾਂ ਰੂਹੀ ਜੀ, ਮੇਰੇ ਮਨ ਦੇ ਵਿੱਚ ਕੁਝ 17 ਜਿਹੜੀਆਂ ਸੀਗੀਆਂ ਉਹ ਮੈਂ ਆਪਣੇ ਦਰਸ਼ਕਾਂ ਦੇ ਨਾਲ ਜਿਹੜੀਆਂ ਸਾਂਝੀਆਂ ਕਰਨਾ ਚਾਹਾਂਗਾ ਤੇ ਉਸ ਤੋਂ ਬਾਅਦ 'ਚੋਂ ਜਿਹੜਾ ਆ ਤੇ ਇੱਕ ਹੋਰ ਜਿਹੜੀ ਆ ਗੱਲ ਮੈਂ ਸਾਂਝੀ ਕਰਨਾ ਚਾਹਾਂਗਾ ਕਿ ਅੱਜ ਜਿਹੜਾ ਆ ਇੱਕ ਚੇਤ ਹੈ, ਯਾਨੀ ਕਿ ਅੱਜ 14 ਮਾਰਚ ਹੈ। ਜਦੋਂ ਅੰਗਰੇਜ਼ੀ ਮਹੀਨੇ ਦੀ 14, 15, 13 ਜਾਂ 12 ਤਰੀਕ ਹੋਵੇ, ਭਾਵ ਦੇਸੀ ਮਹੀਨੇ ਦੀ ਪਹਿਲੀ ਤਰੀਕ ਹੋਵੇ, ਉਸ ਦਿਨ ਸੰਗਰਾਂਦ ਦਾ ਦਿਹਾੜਾ ਵੀ ਹੁੰਦਾ ਹੈ ਤੇ ਅੱਜ ਜਿਹੜਾ ਆ ਪਾਵਨ ਪਵਿੱਤਰ ਸੰਗਰਾਂਦ ਦਾ ਜਿਹੜਾ ਆ ਉਹ ਦਿਹਾੜਾ ਵੀ ਆ ਤੇ ਸਾਰੇ ਹੀ ਜਿਹੜੇ ਸਿੱਖ ਸੰਬੰਧਿਤ ਲੋਕ ਹੈ, ਭਾਈਚਾਰਾ ਆ, ਉਹ ਗੁਰੂ ਘਰ ਜਾ ਕੇ ਨਤਮਸਤਕ ਹੁੰਦੇ ਨੇ, ਇਸ਼ਨਾਨ ਪਾਣੀ ਕਰਦੇ ਨੇ ਸਰੋਵਰਾਂ ਦੇ ਵਿੱਚ ਜਾ ਕੇ ਤੇ ਉਸ ਪਰਮਾਤਮਾ ਦਾ ਚਿੰਤਨ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਿਹੜੀਆਂ ਨੇ ਦਾਤਾਂ ਦਿੱਤੀਆਂ ਨੇ। ਤੇ ਅੱਜ ਜਿਹੜਾ ਆ ਸੰਗਰਾਂਦ ਦਾ ਦਿਹਾੜਾ ਵੀ ਆ, ਅੱਜ ਜਿਹੜਾ ਆ ਨਵਾਂ ਸਾਲ ਵੀ ਆ, ਸਾਡੇ ਲਈ ਬਹੁਤ ਖੁਸ਼ੀਆਂ ਭਰੇ ਆ ਜਿਹੜਾ ਆ ਉਹ ਦਿਨ ਹੈ। ਤੇ ਰੂਹੀ ਜੀ, ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਪਰਮਾਤਮਾ ਅੱਗੇ ਇਸ ਚੈਨਲ ਦੇ ਥਰੂ ਜਿਹੜਾ ਆ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਦੇ ਥਰੂ ਤੇ ਰੂਹੀ ਜੀ ਗਰੋਵਰ ਜੀ ਤੇ ਗਗਨਦੀਪ ਸਿੰਘ ਅਨੰਤਪੁਰੀ ਤੇ ਸਾਡਾ ਸਮੂਹ ਸਟਾਫ, ਨਾਨਕ ਨਾਮ ਲੇਵਾ ਸੰਗਤਾਂ, ਸਮੂਹ ਦੇਸ਼ ਵਿਦੇਸ਼ਾਂ ਦੇ ਵਿੱਚ ਸਮੁੱਚੀ ਕੌਮ ਆਵਾਮ ਨੂੰ ਜਿਹੜਾ ਆ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਹੇ ਅਕਾਲ ਪੁਰਖ ਜੀਓ, ਤੁਸੀਂ ਹਮੇਸ਼ਾ ਸਾਰਿਆਂ ਤੇ ਜਿਹੜਾ ਆ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ। ਜਿਵੇਂ ਪਿਛਲੇ ਸਮੇਂ ਦੇ ਵਿੱਚ ਸਾਨੂੰ ਸੰਘਰਸ਼ ਦੇ ਨਾਲ ਜੂਝਣਾ ਪਿਆ, ਸਾਨੂੰ ਉਤਾਰ ਚੜ੍ਹਾਅ ਦੇਖਣੇ ਪਏ, ਆਪਣੀ ਕਿਰਪਾ ਰਹਿਮਤ ਸਦਕਾ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਅਜਿਹੇ ਜਿਹੇ ਕਾਲ ਕੰਟਕ ਅੜਚਨਾ ਵਿਘਨਾਂ ਦਾ ਨਾਸ਼ ਕਰਕੇ ਇੱਕ ਸਮੁੱਚਾ ਜਿਹੜਾ ਆ ਜੀਵਨ ਸਾਨੂੰ ਜਿਹੜਾ ਆ ਪ੍ਰਦਾਨ ਕਰਨਾ, ਤਾਂ ਕਿ ਅਸੀਂ ਇਹਨਾਂ ਵਿਕਾਰਾਂ ਤੋਂ ਦੂਰ ਹੋ ਕੇ ਤੇਰੇ ਨਾਮ ਦੇ ਨਾਲ ਜੁੜੇ ਰਹੀਏ। ਆਪਸੀ ਕੌਮ ਦੇ ਵਿੱਚ ਜਿਹੜਾ ਪਿਆਰ ਇਤਫਾਕ ਬਖਸ਼ਣਾ, ਇਸੇ ਤਰ੍ਹਾਂ ਦੀਆਂ ਕਈ ਅਸੀਂ ਅਰਦਾਸਾਂ ਕਰਦੇ ਹਾਂ ਪਰਮਾਤਮਾ ਅੱਗੇ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਸਾਡਾ ਉਸ ਪਰਮਾਤਮਾ ਅੱਗੇ ਕੋਈ ਜ਼ੋਰ ਨਹੀਂ ਹੈ ਤੇ ਅਸੀਂ ਪਰਮਾਤਮਾ ਅੱਗੇ ਸਿਰਫ ਅਰਦਾਸ ਹੀ ਕਰ ਸਕਦੇ ਹਾਂ। ਤੇ ਰੂਹੀ ਜੀ, ਇੱਕ ਗੱਲ ਹੋਰ ਕਹਿਣਾ ਚਾਹਾਂਗਾ ਮੈਂ ਇੱਥੇ, ਪਰਮਾਤਮਾ ਦਾ ਸਾਨੂੰ ਜਿੱਥੇ ਭਾਵ ਪਿਆਰ ਰੱਖਣਾ ਚਾਹੀਦਾ ਆ, ਉੱਥੇ ਜਿਹੜਾ ਆ ਭਾਉ ਵੀ ਰੱਖਣਾ ਚਾਹੀਦਾ ਆ। ਠੀਕ ਹੈ ਨਾ ਜੀ? ਜਿੱਥੇ ਅਸੀਂ ਆਪਣੇ ਮਾਤਾ ਪਿਤਾ ਨਾਲ ਪਿਆਰ ਵੀ ਕਰਦੇ ਆ, ਉਹਨਾਂ ਤੋਂ ਪਿਆਰ ਵੀ ਲੈਂਦੇ ਆ, ਉੱਥੇ ਸਾਨੂੰ ਜਿਹੜਾ ਆ ਉਹਨਾਂ ਦਾ ਥੋੜ੍ਹਾ ਬਹੁਤਾ ਡਰ ਵੀ ਹੁੰਦਾ ਆ। ਇਸੇ ਤਰ੍ਹਾਂ ਜੇ ਅਸੀਂ ਜਗਤ ਦੇ ਵਿੱਚ ਜੀਵ ਹੈ, ਸਾਨੂੰ ਪਰਮਾਤਮਾ ਦਾ ਜਿੱਥੇ ਸਾਨੂੰ ਜਿਹੜਾ ਆ ਭਾਉ
ਮਿਲਦਾ ਆ ਉੱਥੇ ਸਾਨੂੰ ਭੌ ਵੀ ਰੱਖਣਾ ਪੈਣਾ ਉਹਦਾ। ਬਿਲਕੁਲ। ਇਸੇ ਕਰਕੇ ਜਿਹੜੀ ਆ ਦੋ ਤਾਰਾਂ ਦੇ ਨਾਲ ਹੀ ਜਿਹੜਾ ਇੱਕ ਬਲਬ ਜਗਦਾ ਹੈ, ਇਸੇ ਤਰ੍ਹਾਂ ਚੰਗਿਆਈ ਤੇ ਬੁਰਿਆਈ ਦੇ ਨਾਲ ਵੀ ਜਿਹੜਾ ਆ ਇਹ ਸੰਸਾਰ ਚੱਲਦਾ ਆ। ਸਾਨੂੰ ਚੰਗੇ ਕੰਮਾਂ ਲਈ ਹਮੇਸ਼ਾ ਜਿਹੜਾ ਆ ਉੱਠ ਖੜਨਾ ਚਾਹੀਦਾ ਆ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਕਿਉਂਕਿ ਜੀਵ ਦੀ ਜਿਹੜੀ ਆ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਹੁੰਦੀ ਆ। ਅਸੀਂ ਮਾੜੇ ਕੰਮਾਂ ਲਈ ਤਾਂ ਉੱਠ ਕੇ ਭੱਜਦੇ ਹਾਂ, ਦੌੜਦੇ ਹਾਂ, 100 ਯਤਨ ਕਰਦੇ ਹਾਂ, ਪਰ ਜਦੋਂ ਪ੍ਰਮਾਤਮਾ ਦੇ ਨਾਮ ਦਾ ਵੇਲਾ ਹੁੰਦਾ ਆ, ਸਿਮਰਨ ਦਾ ਲੱਗ ਪੈਂਦੇ ਆ। ਹਾਂਜੀ ਬਿਲਕੁਲ ਜੀ। ਤੇ ਅਚਾਨਕ ਜੇ ਅੰਮ੍ਰਿਤ ਵੇਲੇ ਨੀਂਦ ਜੀ ਆਉਣ ਲੱਗ ਜਾਂਦੀ ਆ ਤੇ ਉੱਠਣ ਨੂੰ ਜੀ ਨਹੀਂ ਕਰਦਾ। ਇਸੇ ਕਰਕੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਹੇ ਕਿਰਪਾਲ ਦੀਨਾ ਬੰਦਨ ਜਿਹੜੇ ਆ ਅਕਾਲ ਪੁਰਖ ਜੀ, ਉਹ ਤੁਸੀਂ ਸਰਬ ਸ਼ਕਤੀਮਾਨ ਹੋ, ਤੁਸੀਂ ਆਪਣੀ ਕਿਰਪਾ ਕਰਕੇ ਜਿਹੜਾ ਆ ਇਸ ਜੀਵਾਂ ਦਾ ਉਧਾਰ ਕਰੋ, ਸਾਨੂੰ ਸਮੱਤ ਬਖਸ਼ੋ ਤੇ ਸਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨ ਦੇ ਵਿੱਚ ਜਿਹੜਾ ਆ ਸਹਾਈ ਹੋਵੋ ਜੀ। ਤੇ ਆਓ ਅਸੀਂ ਹੁਣ ਗੱਲ ਕਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਜੋ ਨਵਾਂ ਸਾਲ ਹੈ, ਨਵੇਂ ਸਾਲ ਦੇ ਸੰਬੰਧਿਤ ਵਿੱਚ ਹੀ ਜਿਹੜਾ ਅਸੀਂ ਸਾਰੀਆਂ ਜਿਹੜੇ ਆ ਇਸ ਪ੍ਰੋਗਰਾਮ ਜਿਹੜਾ ਆ ਅਸੀਂ ਜੋੜਾਂਗੇ। ਅਗਲੇ ਜਿਹੜਾ ਆ 30-40 ਮਿੰਟ ਰਹਿ ਗਏ ਹੋਣਗੇ, ਅਸੀਂ ਉਹ ਲਗਾਤਾਰ ਤੁਹਾਡੇ ਨਾਲ ਜੁੜੇ ਆ ਤੇ ਤੁਸੀਂ ਵੀ ਜਿਹੜਾ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ, ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਦਿਲ ਦੇ ਵਲਵਲੇ ਸਾਂਝੇ ਕਰ ਸਕਦੇ ਹੋ, ਆਪਣੇ ਕੁਝ ਹਾਲ ਬਿਆਨ ਕਰ ਸਕਦੇ ਹੋ, ਆਪਣੇ ਕੁਝ ਜਿਹੜੇ ਯਾਦਗਾਰ ਪਲ ਨੇ, ਚਾਹੇ ਉਹ ਪੰਜਾਬ ਦੇ ਵਿੱਚ ਨੇ, ਚਾਹੇ ਉਹ ਵਿਦੇਸ਼ਾਂ ਵਿੱਚ ਨੇ, ਤੁਸੀਂ ਹਰ ਇੱਕ ਤਰ੍ਹਾਂ ਦੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਰਹੋ ਤੇ ਸਾਨੂੰ ਵੀ ਲੱਗੇ ਕਿ ਹਾਂ ਸਾਡੇ ਜਿਹੜੇ ਸਰੋਤੇ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਮੂਲੀਅਤ ਕਰਦੇ ਨੇ ਤੇ ਇਸ ਪ੍ਰੋਗਰਾਮ ਦੀ ਜਿਹੜੀ ਆ ਰੌਣਕ ਨੂੰ ਵਧਾਉਂਦੇ ਨੇ। ਬਿਲਕੁਲ ਜੀ। ਤੇ ਰੂਹੀ ਜੀ ਕੁਝ ਸਤਰਾਂ ਇਸ ਤਰ੍ਹਾਂ ਲਿਖੀਆਂ ਸੀ ਮੈਂ, ਤੇ ਉਹ ਸੀਗਾ ਕਿ ਜਦੋਂ ਚੇਤ ਮਹੀਨਾ ਚੜ੍ਹਦਾ ਹੈ, ਜਦੋਂ ਚੇਤ ਮਹੀਨਾ ਚੜ੍ਹਦਾ ਹੈ, ਕਣਕੀ ਸੋਨਾ ਮੜਦਾ ਹੈ, ਵਿਸਾਖੀ ਨਹਾਉਂਦੇ ਆ, ਦਾਣੇ ਘਰ ਵਿੱਚ ਲਿਆਉਂਦੇ ਆ, ਜੇਠ ਮਹੀਨਾ ਲੂਹ ਦਾ ਪਾਣੀ ਸੁੱਕਦਾ ਖੂਹਾਂ ਦਾ, ਜੇਠ ਮਹੀਨਾ ਲੂਹਾਂ ਦਾ ਪਾਣੀ ਸੁੱਕਦਾ ਖੂਹਾਂ ਦਾ, ਹਾੜ ਮਹੀਨਾ ਤਪਦਾ ਹੈ, ਸਾਨੂੰ ਅੰਦਰੇ ਰੱਖਦਾ ਹੈ। ਜਿਸ ਤਰ੍ਹਾਂ ਹੁਣ ਆ ਹੀ ਰਿਹਾ ਆ, ਗਰਮੀ ਆ, ਹਮੇਸ਼ਾ ਵੀ ਮਤਲਬ ਜਿਹੜਾ ਬਾਹਰ ਨਹੀਂ ਆ, ਜਿਵੇਂ ਸਰਦੀਆਂ ਦੇ ਵਿੱਚ ਧੁੱਪੇ ਬੈਠਦੇ ਸੀਗੇ, ਅਸੀਂ ਧੁੱਪ ਲੱਭਦੇ ਸੀ, ਉਸੇ ਤਰ੍ਹਾਂ ਜਿਹੜਾ ਗਰਮੀਆਂ ਨੂੰ ਅਸੀਂ ਜਿਹੜਾ ਆ ਉਹ ਅਸੀਂ ਅੰਦਰ ਨੂੰ ਭੱਜਦੇ ਹਾਂ। ਹਾੜ ਮਹੀਨਾ ਤਪਦਾ ਹੈ, ਸਾਨੂੰ ਅੰਦਰੇ ਰੱਖਦਾ ਹੈ, ਸਾਵਣ ਬੱਦਲ ਵਸਦੇ ਨੇ, ਜਿਹੜਾ ਆ ਅੰਬਜ ਮੋਏ ਰਸਦੇ ਨੇ, ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ ਪਹਿਰ ਦੀਆਂ, ਭਾਦੋਂ ਧੁੱਪਾਂ ਕਹਿਰ ਦੀਆਂ, ਕਈ ਜਿਹੜੀਆਂ ਝੜੀਆਂ ਪਹਿਰ ਦੀਆਂ, ਅੱਸੂ ਮਾਂ ਨਿਰਾਲਾ ਹੈ, ਨਾ ਗਰਮੀ ਨਾ ਪਾਲਾ ਹੈ। ਇਸੇ ਤਰ੍ਹਾਂ ਦਾ ਮੌਸਮ ਜਿਹੜਾ ਅਸੀਂ ਪਿਛਲੇ ਮਹੀਨੇ 'ਚ ਜਿਹੜਾ ਆ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜਾ ਅਸੀਂ ਕੱਟ ਕੇ ਹਟਿਆ, ਨਾ ਗਰਮੀ ਸੀ ਨਾ ਪਾਲਾ ਸੀਗਾ, ਬਹੁਤ ਵਧੀਆ ਜਿਹੜਾ ਆ ਮੌਸਮ ਹੁੰਦਾ ਆ। ਕੱਤਕ ਵੰਡੇ ਚਾਨਣੀਆਂ, ਰਾਤਾਂ ਨੂੰ ਬਹਿ ਮਾਨਣੀਆਂ, ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਚਾਨਣੀਆਂ ਨੇ, ਤਿਉਹਾਰ ਹੁੰਦੇ ਨੇ, ਗੁਰਪੁਰਬ ਹੁੰਦੇ ਨੇ, ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੁੰਦੇ ਨੇ ਇਸੇ ਮਹੀਨੇ ਦੇ ਵਿੱਚ। ਮੱਗਰ ਨੂੰ ਗੱਲ ਲਾਉਂਦੇ ਹਾਂ, ਕੋਟ ਸਵੈਟਰ ਪਾਉਂਦੇ ਹਾਂ, ਕਿਉਂਕਿ ਉਸ ਸਮੇਂ ਠੰਡ ਦਾ ਜਿਹੜਾ ਆ ਮੌਸਮ ਆ ਜਾਂਦਾ ਆ, ਕੁਛ ਇਸ ਤਰ੍ਹਾਂ ਦਾ ਜਿਹੜਾ ਪੋਹ ਵਿੱਚ ਪਾਲਾ ਖੇਸੀ ਦਾ, ਧੂਣੀਆਂ ਲਾਲਾ ਸੇਕੀ ਦਾ। ਬਹੁਤ ਹੀ ਜਿਹੜਾ ਆ ਇੱਕ ਜਿਹੜੀ ਆ ਤਸਵੀਰ ਜੀ ਬਣਾ ਕੇ ਜਿਹੜੀਆਂ ਇਹ ਸਤਰਾਂ ਲਿਖੀਆਂ ਨੇ। ਮਾਘ ਨਜ਼ਾਰੇ ਧੁੱਪਾਂ ਦੇ, ਪੱਤੇ ਝੜਦੇ ਰੁੱਖਾਂ ਦੇ, ਫੱਗਣ ਫੁੱਲ ਖਿੜਾਉਂਦਾ ਹੈ, ਸਭ ਦੇ ਮਨ ਨੂੰ ਭਾਉਂਦਾ ਹੈ, 12 ਮਾਹ ਨੂੰ ਜੋ ਪੜ੍ਹਦੇ ਨੇ ਗੱਲ ਸਿਆਣੀ ਕਰਦੇ ਨੇ, 12 ਮਾਹ ਨੂੰ ਪੜ੍ਹਦੇ ਨੇ ਗੱਲ ਸਿਆਣੀ ਕਰਦੇ ਨੇ। ਜੇ ਅਸੀਂ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 12 ਜਿਹੜੇ ਮਹੀਨਿਆਂ ਦੀ ਜਿਹੜੀ ਆ ਅਲੱਗ-ਅਲੱਗ ਤਰੀਕੇ ਦੇ ਨਾਲ ਲਿਖਤ ਕੀਤੀ ਗਈ ਹੈ, ਚਾਹੇ ਉਹ ਤੁਖਾਰੀ ਰਾਗ ਦੀ ਕਰੀਏ ਤੇ ਚਾਹੇ ਅਸੀਂ ਮਾਝ ਰਾਗ ਦੇ ਵਿੱਚ ਗੱਲ ਕਰੀਏ, ਦੋਨਾਂ ਰਾਗਾਂ ਦੇ ਵਿੱਚ ਬੜੇ ਹੀ ਪਿਆਰੇ ਤੇ ਸੁਚੱਜੇ ਢੰਗ ਦੇ ਨਾਲ ਜਿਹੜਾ ਆ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਆ। ਚੇਤ ਗੋਬਿੰਦ ਅਰਾਧਿਆ ਹੋਵੇ ਅਨੰਤ ਕਣਾ, ਮਨ ਰੂਪੀ ਭਾਂਡੇ ਦੇ ਵਿੱਚ, ਮਨ ਰੂਪੀ ਘਰ ਦੇ ਵਿੱਚ, ਮਨ ਰੂਪੀ ਮੰਦਿਰ ਦੇ ਵਿੱਚ ਉਸ ਪਰਮਾਤਮਾ ਦੀ ਯਾਦ ਨੂੰ, ਉਸ ਪਰਮਾਤਮਾ ਨੂੰ ਚੇਤੇ ਰੱਖ ਕੇ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਾਰੇ ਹੀ ਦੁੱਖਾਂ ਦਾ ਜਿਹੜਾ ਆ ਉਹ ਅੰਤ ਹੋ ਜਾਂਦਾ ਹੈ। ਕਿਉਂ ਜੀ? ਪਰਮਾਤਮਾ ਨੂੰ ਜੇ ਅਸੀਂ ਉਸ ਤਰ੍ਹਾਂ ਵੀ ਸਹਾਈ ਹੋਈਏ ਜਾਂ ਪ੍ਰਮਾਤਮਾ ਸਾਨੂੰ ਜਿਹੜਾ ਆ ਸਹਾਈ ਹੁੰਦਾ ਆ, ਜੇ ਅਸੀਂ ਉਸ ਤਰ੍ਹਾਂ ਵੀ ਉਸ ਨੂੰ ਯਾਦ ਕਰਦੇ ਆ ਤੇ ਜਦੋਂ ਤਾਂ ਸਾਨੂੰ ਦੁੱਖ ਆਉਂਦਾ ਰੂਹੀ ਜੀ, ਅਸੀਂ ਕਹਿੰਦੇ ਆ ਕਿ ਹੇ ਰੱਬਾ ਤੂੰ ਸਾਡਾ ਜਿਹੜਾ ਆ ਭਲਾ ਕਰ, ਹੇ ਰੱਬਾ ਤੂੰ ਸਾਨੂੰ ਮੁਕਤੀ ਦੇ। ਤੇ ਜਦੋਂ ਬੰਦਾ ਖੁਸ਼ੀਆਂ ਦੇ ਵਿੱਚ ਹੁੰਦਾ ਹੈ ਤੇ ਉਦੋਂ ਰੱਬ ਭੁੱਲ ਹੀ ਜਾਂਦਾ, ਉਦੋਂ ਕਹਿੰਦਾ ਵੀ ਮੈਂ ਹੀ ਕੁਛ ਕੀਤਾ, ਸਾਰਾ ਕੁਛ ਮੈਂ ਹੀ ਕੀਤਾ ਆ। ਇਸ ਕਰਕੇ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਕੱਤਕ ਕਰਮ ਕਮਾਵਣਾ ਦੋਸ਼ ਨਾ ਕਾਹੂ ਦੇ। ਵੀ
ਕਦੋਂ ਤੱਕ ਤੁਸੀਂ ਜਿਹੜੇ ਆ ਆਪਣੇ ਜਿਹੜੇ ਆ ਕੀਤੇ ਹੋਏ ਕਰਮਾਂ ਨੂੰ ਜਿਹੜਾ ਆ ਲਗਾਤਾਰ ਮਾੜੇ ਕਰਮਾਂ ਨੂੰ ਤੁਸੀਂ ਕਮਾਉਂਦੇ ਰਹੋਗੇ। ਇਸੇ ਤਰ੍ਹਾਂ ਦਾ ਜਿਹੜਾ ਸਾਨੂੰ ਜੀਵਨ ਨਹੀਂ ਬਤੀਤ ਕਰਨਾ ਚਾਹੀਦਾ। ਸਾਨੂੰ ਪਰਮਾਤਮਾ ਦੀ ਦਾਤਾਂ ਦਾ, ਪਰਮਾਤਮਾ ਦਾ ਸ਼ੁਕਰਾਨਾ, ਜੇ ਉਸਨੇ ਸਵਾਸ ਦਿੱਤੇ ਨੇ ਤਾਂ ਵੀ ਉਸ ਦਾ ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ ਹੈ। ਜੇ ਉਹ ਸਾਡੇ ਤੋਂ ਸਵਾਸ ਲੈ ਲੈਂਦਾ ਸਾਨੂੰ ਤਾਂ ਵੀ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਆ। ਜਿਸ ਕੀ ਵਤ ਸੋਈ ਲੈ ਜਾਏਗਾ, ਰੋਜ਼ ਕਿਸੇ ਸੋ ਕੀਜੈ। ਸੋ ਇਸ ਕਰਕੇ ਪਰਮਾਤਮਾ ਸਰਵ ਸ਼ਕਤੀਮਾਨ ਹੈ, ਸਾਡਾ ਨਹੀਂ ਜ਼ੋਰ ਚੱਲਦਾ। ਅਸੀਂ ਉਸ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਤੇ ਆਓ ਅਸੀਂ ਗੱਲ ਕਰੀਏ ਜਿਹੜੇ ਅੱਜ ਦੇ ਦਿਨ ਦਾ ਜੋ ਨਵੇਂ ਸਾਲ ਦਾ ਮਹੱਤਵ ਹੈ, ਇਸ ਦੇਸੀ ਮਹੀਨਿਆਂ ਦਾ ਜੀ, ਉਸ ਨੂੰ ਜਿਹੜਾ ਆ ਉਹਦੇ ਵੱਲ ਥੋੜੀ ਜਿਹੀ ਝਾਤ ਮਾਰਦੇ ਆ। ਕਿਵੇਂ ਕੈਲੰਡਰਾਂ ਦੀ ਜਿਹੜੀ ਆ ਉਸ ਨੂੰ ਦੇਖ ਰੇਖ ਦੇ ਵਿੱਚ ਬਣਾਇਆ ਗਿਆ, ਕਿਵੇਂ ਇਸ ਦੇ ਵਿੱਚ ਬਦਲਾਵ ਕੀਤਾ ਗਿਆ, ਕਿਵੇਂ ਜਿਹੜੇ ਆ ਪੂਰਨਮਾਸ਼ੀ, ਮੱਸਿਆ, ਸੰਗਰਾਂਦ ਜਾਂ ਜਿਹੜੇ ਹੋਰ ਵਦੀ ਸੁਦੀ ਦੇ ਜਿਹੜੇ ਦਿਨ ਆਉਂਦੇ ਨੇ ਉਸ ਨੂੰ ਜਿਹੜਾ ਆ ਕਿਵੇਂ ਬਣਾਇਆ ਗਿਆ, ਕੀ ਕੀ ਇਹਦੇ ਵਿੱਚ ਜਿਹੜਾ ਆ ਜੀ ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਹੈਲੋ ਬੀਬਾ ਗੁਰੂਵਰ ਜੀ, ਤੁਹਾਨੂੰ ਗਗਨਦੀਪ ਸਿੰਘ ਜੀ, ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੁੱਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭੋਗਲ ਸਾਹਿਬ, ਕੀ ਹਾਲ ਚਾਲ? ਹਾਲ ਜੀ ਹੁਣ ਠੀਕ ਵਾ, ਹੁਣ ਥੋੜੇ ਬਿਲਕੁਲ ਠੀਕ ਹੁੰਦੇ ਜਾਂਦੇ, ਬਸ ਠੀਕ ਹੀ ਕਹਿਣਾ ਚਾਹੀਦਾ ਬਸ। ਜੀ ਬਿਲਕੁਲ ਬਿਲਕੁਲ ਜੀ। ਜਿਹੜਾ ਇੱਕ ਸਿੱਖ ਹੁੰਦਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦਾ ਹੈ। ਚੜ੍ਹਦੀ ਕਲਾ 'ਚ ਬਿਲਕੁਲ, ਕਿਉਂਕਿ ਸਰੀਰਕ ਦੁੱਖ ਸੁੱਖ ਤੇ ਆਉਂਦੇ ਰਹਿੰਦੇ ਨੇ। ਬਿਲਕੁਲ ਜੀ। ਤੇ ਮਨ ਮਹਾਰਾਜ ਕਹਿੰਦੇ ਨੇ ਮਨ ਕਰਕੇ ਚੜ੍ਹਦੀ ਕਲਾ 'ਚ ਰਹਿਣਾ। ਬਿਲਕੁਲ ਜੀ, ਬਿਲਕੁਲ। ਆ ਤੁਸੀਂ ਜਿਹੜੀ ਅੱਜ ਮਹੀਨੇ ਦੀ ਗੱਲ ਕੀਤੀ, ਚੇਤ ਮਹੀਨਾ ਚੜ੍ਹਿਆ, ਚੇਤ ਗੋਬਿੰਦ ਆਰਾਧੀ ਹੈ, ਬਿਲਕੁਲ ਠੀਕ ਵਾ। ਬਿਲਕੁਲ ਜੀ। ਤੇ ਸਾਰਿਆਂ ਨੂੰ ਮੁਬਾਰਕਾਂ, ਵਧਾਈਆਂ, ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ, ਸਿਹਤ ਯਾਬੀ ਬਖਸ਼ੇ। ਪਰ ਨਾਲ ਸਾਨੂੰ ਮਹਾਰਾਜ ਨਾਲ ਇਹ ਵੀ ਕਹਿੰਦੇ ਨੇ ਵੀ ਬੰਦਿਆ ਇੱਕ ਗੱਲ ਚੇਤੇ ਰੱਖੀ, ਇਹ ਤਿੰਨ ਨੇ ਜਿਹੜੇ ਨੇ ਨਾ, ਭੂਤ, ਭਵਿੱਖ, ਭਵਾਨ, ਭੂਤ ਕਾਲ ਤੇ ਵਰਤਮਾਨ ਕਾਲ ਤੇ ਭਵਿੱਖ ਕਾਲ। ਤੂੰ ਜਿਹੜਾ ਭਵਿੱਖ, ਜਿਹੜਾ ਭੂਤ ਕਾਲ, ਜਿਹੜਾ ਸਮਾਂ ਬੀਤ ਗਿਆ ਉਹਦੀ ਚਿੰਤਾ ਨਾ ਕਰ, ਜਿਹੜਾ ਅਜੇ ਆਉਣਾ ਉਹਦੀ ਵੀ ਚਿੰਤਾ ਨਾ ਕਰ। ਤੂੰ ਚਿੰਤਾ ਉਹਦੀ ਕਰ ਜਿਹੜਾ ਤੇਰੇ ਕੋਲ ਅੱਜ ਹੈ, ਵਾਹਿਗੁਰੂ, ਉਹਦੀ ਚਿੰਤਾ ਕਰ। ਜੇ ਵਰਤਮਾਨ ਤੂੰ ਆਪਣਾ ਸਵਾਰ ਲੈਗਾ, ਤੇਰਾ ਭਵਿੱਖ ਵੀ ਸੁਧਰ ਜਾਏਗਾ। ਬਿਲਕੁਲ ਜੀ। ਜਿਵੇਂ ਮੈਨੂੰ ਯਾਦ ਆਇਆ ਭਗਤ ਕਬੀਰ ਜੀ ਬਾਣੀ ਚ ਕਹਿੰਦੇ ਨੇ, ਬਹੁਤ ਜਗ੍ਹਾ ਮਹਾਰਾਜ ਸਾਨੂੰ ਪੈਰ ਪੈਰ ਤੇ ਗੱਲਾਂ ਯਾਦ ਕਰਾਉਂਦੇ ਨੇ ਗਗਨਦੀਪ ਸਿੰਘ, ਤਾਂ ਕਿ ਮੇਰਾ ਸਿੱਖ ਭੁੱਲ ਨਾ ਜਾਏ। ਬਿਲਕੁਲ ਜੀ। ਕਬੀਰ ਕਾਲ ਕਰੰਤਾ ਅਬੇ ਕਰ, ਅਬ ਕਰਤਾ ਸੋਏ ਤਾਲ, ਪਾਛੇ ਕਿਛ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਬਿਲਕੁਲ ਜੀ। ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਕੱਲ ਦੀ ਤੂੰ ਚਿੰਤਾ ਕਰਦਾ, ਉਹ ਤੂੰ ਅੱਜ ਹੁਣੇ ਕਰ, ਜਿਹੜਾ ਹੁਣ ਕਰਨ ਲੱਗਾ ਇੱਕਦਮ ਸ਼ੁਰੂ ਕਰ ਦੇ। ਬਿਲਕੁਲ ਜੀ। ਤੂੰ ਕੱਲ ਦੀ ਉਡੀਕ ਨਾ ਕਰ। ਤੂੰ ਉਹ ਕੱਲ ਪਤਾ ਨਹੀਂ ਕਿੱਦਾਂ ਦਾ ਆਉਣਾ ਕਿ ਨਹੀਂ ਆਉਣਾ, ਉਹ ਤੈਨੂੰ ਨਹੀਂ ਪਤਾ ਹੈ। ਇਸ ਕਰਕੇ ਭਗਤ ਕਬੀਰ ਜੀ ਵੀ ਜਿੰਨੇ 36 ਮਹਾਂਪੁਰਸ਼ ਹੈ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਬਾਈਮਾਨ ਨੇ, ਤੇ ਉਹ ਸਾਰਿਆਂ ਦਾ ਇਹੋ ਹੀ ਆ ਵੀ ਜਿਹੜਾ ਵਰਤਮਾਨ ਕਾਲ ਆ ਬੰਦਿਆ, ਉਹਨੂੰ ਤੂੰ ਸਾਂਭ ਲੈ। ਬਿਲਕੁਲ ਜੀ। ਤੇਰਾ ਜਿਹੜਾ ਭਵਿੱਖ ਆ ਉਹ ਵੀ ਠੀਕ ਬਣ ਜਾਏਗਾ। ਤੂੰ ਚਿੰਤਾ ਨਾ ਕਰ, ਨਾ ਪਿਛਲੇ ਦੀ ਚਿੰਤਾ ਕਰ, ਨਾ ਅਗੇਤਰ ਦੀ ਤੇ ਨਾ ਪਿਛੇਤਰ ਦੀ, ਹੁਣ ਦੀ ਚਿੰਤਾ ਕਰ ਤੂੰ। ਬਿਲਕੁਲ ਜੀ। ਤੇ ਇਹ ਤੇ ਸੀ ਤੁਹਾਡਾ ਜਿਹੜੇ ਅੱਜ ਨਵਾਂ ਸਾਲ ਚੇਤ ਦਾ ਚੜਿਆ ਜੀ, ਤੇ ਮਾਰਚ ਤੋਂ ਚੜਦਾ ਆ ਤੇ ਸਾਡਾ ਚੇਤ ਤੋਂ ਚੜਦਾ ਦੇਸੀ। ਬਿਲਕੁਲ। ਬਾਕੀ ਮੈਂ ਜਿਹੜੀ ਇੱਕ ਗੱਲ ਕਰਨੀ, 1.5 ਮਿੰਟ ਤੁਹਾਡਾ ਲੈਣਾ ਗਗਨਦੀਪ ਸਿੰਘ ਜੀ। ਜਰੂਰ ਜੀ, ਜਰੂਰ। ਉਹ ਹੁਣ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਦਲੀ ਆ, ਆਮ ਆਦਮੀ ਪਾਰਟੀ ਆਈ ਆ, ਤੇ ਮੈਂ ਸੋਚਦਾ ਸੀਗਾ, ਤੇ ਸੋਚਦਾ ਵੀ ਮੈਂ ਗੁਰਬਾਣੀ ਦੀ ਰੋਸ਼ਨੀ ਵਿੱਚ ਹੁੰਨਾ, ਜੇ ਮੈਨੂੰ ਕੋਈ ਸਮਝ ਨਹੀਂ ਲੱਗਦੀ ਤੇ ਮੈਂ ਮਹਾਰਾਜ ਨੂੰ ਪੁੱਛਦਾ, ਸੱਚੇ ਪਾਤਸ਼ਾਹ ਇਹ ਕਿਵੇਂ ਹੋ ਗਿਆ? ਮੈਨੂੰ ਜਵਾਬ ਗੁਰਬਾਣੀ ਚੋਂ ਮਿਲਦਾ ਆ, ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲੇਗਾ। ਬਿਲਕੁਲ ਜੀ। ਤੇ ਮੈਂ ਜਦੋਂ ਇਦਾਂ ਪੁੱਛਿਆ ਸੱਚੇ ਪਾਤਸ਼ਾਹ ਇਹ ਕੀ ਹੋ, ਤੇ ਇਹ ਕਿਵੇਂ ਹੋਇਆ, ਤੇ ਮਹਾਰਾਜ ਨੇ ਮੈਨੂੰ ਸਮਝਾਇਆ ਵੀ ਆ ਦੁਨੀਆ ਦੇ ਸਾਹਮਣੇ ਪ੍ਰਤੱਖ ਹੋ ਗਿਆ ਵੀ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਬਿਲਕੁਲ ਜੀ। ਇਹ ਹਾਲ ਹੁੰਦਾ ਜਦੋਂ ਜਿਹੜੇ ਸੁਲਤਾਨ ਨੇ, ਜਿਹੜੇ ਹਾਕਮ ਹੁੰਦੇ ਨੇ, ਰਾਜੇ ਹੁੰਦੇ ਨੇ, ਜਿਹੜੇ ਥੰਮ ਸਮਝਦੇ ਆਪਣੇ ਆਪ ਨੂੰ ਵੀ ਸਾਨੂੰ ਕੋਈ ਮਾਈ ਦਾ ਲਾਲ ਹਲਾ ਨਹੀਂ ਸਕਦਾ, ਤੇ ਉਹਨਾਂ ਨੂੰ ਪ੍ਰਮਾਤਮਾ ਏਦਾਂ ਉੱਪਰੋਂ ਚੱਕ ਕੇ ਮਾਰਦਾ ਕਿ ਉਹਨਾਂ ਦਾ ਰਹਿੰਦਾ ਕੱਖ ਨਹੀਂ। ਬਿਲਕੁਲ ਜੀ, ਬਿਲਕੁਲ। ਤੇ ਇਹ ਰਹਿੰਦਾ ਕੱਖ ਕਿਉਂ ਨਹੀਂ, ਇਹ ਵੀ ਮੈਂ ਤੁਹਾਨੂੰ ਦੱਸਦਾ ਨਾ। ਜਿੱਦਾਂ ਮੈਨੂੰ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਆ ਗਗਨਦੀਪ ਸਿੰਘ ਜੀ, ਉਹ ਜਿਹੜੇ ਹੁਣ ਅਰਦਾਸਾਂ ਕਰਦੇ ਸੀਗੇ, ਜਿਹੜਾ ਪਰਿਵਾਰ ਅਰਦਾਸ ਕਰਦਾ ਸੀਗਾ ਤੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂ ਕਰਵਾਈ ਜਾਂ ਉਹਨਾਂ ਦੀ ਮਦਦ ਕੀਤੀ, ਸਹਾਇਤਾ ਕੀਤੀ, ਉਹਨਾਂ ਦਾ ਕੱਖ ਨਾ ਰਹੇ। ਉਹੀ ਹੋਇਆ ਜੀ।
ਬਿਲਕੁਲ ਅੱਜ ਜੀ। ਦੁਨੀਆ ਦੇ ਸਾਹਮਣੇ ਪ੍ਰਤੱਖ ਹੋ ਗਿਆ ਤੇ ਉਹਨਾਂ ਦਾ ਵਾਕਿਆ ਹੀ ਕੱਖ ਨਹੀਂ ਰਿਹਾ। ਬਿਲਕੁਲ ਜੀ, ਤੇ ਬਿਲਕੁਲ। ਮੈਂ ਬੇਨਤੀ ਕਰਦਾ, ਮੈਂ ਆਪਣੇ ਵੱਲੋਂ ਬੇਨਤੀ ਕਰਦਾ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਅੰਗ ਸੰਗ ਸਮਝ ਕੇ ਵੀ ਸੱਚੇ ਪਾਤਸ਼ਾਹ ਦੁਨੀਆ ਨੇ ਪ੍ਰਤੱਖ ਦੇਖ ਲਿਆ ਇਹ। ਬਿਲਕੁਲ ਜੀ, ਜਦੋਂ ਬਿਲਕੁਲ। ਜਨ ਬਣ ਕੇ, ਜਨ ਮੈਨੇ ਸੇਵਕ, ਬਿਲਕੁਲ ਜੀ। ਸੇਵਕ ਹੁੰਦਾ ਆ, ਦਾਸ ਹੁੰਦਾ ਆ ਹਾਂਜੀ। ਤੇ ਕਰਮਚਾਰੀ ਹੁੰਦਾ ਆ। ਤੇ ਸੱਚੇ ਪਾਤਸ਼ਾਹ ਜਿਹੜਾ ਜਨ ਬਣ ਕੇ ਤੁਹਾਡੀ ਸੇਵਾ ਕਰਦਾ, ਤੁਸੀਂ ਉਹ ਜਨ ਬਣ ਕੇ ਜਿਹੜੀ ਅਰਦਾਸ ਕਰਦੇ ਹੋ, ਉਸ ਅਰਦਾਸ ਨੂੰ ਤੁਸੀਂ ਸਵੀਕਾਰ ਕਰਦੇ ਹੋ, ਕਿਉਂਕਿ ਉਹ ਜਨ ਬਣ ਕੇ ਜਿਹੜੀ ਅਰਦਾਸ ਕੀਤੀ ਜਾਂਦੀ ਗਗਨਦੀਪ ਸਿੰਘ ਜੀ, ਉਹਨੂੰ ਗੁਰੂ ਵੀ ਪ੍ਰਵਾਨ ਕਰਦਾ ਤੇ ਵਾਹਿਗੁਰੂ ਵੀ ਪ੍ਰਵਾਨ ਕਰਦਾ। ਕਿਉਂਕਿ ਬਾਣੀ ਦੇ ਵਿੱਚ ਦੱਸਿਆ ਮਹਾਰਾਜ ਨੇ ਗੁਰ ਪਰਮੇਸ਼ਰ ਏਕੋ ਜਾਣ ਹੈ। ਗੁਰੂ ਤੇ ਪਰਮੇਸ਼ਰ ਇਹ ਇੱਕੋ ਸ਼ਕਤੀ ਦਾ ਨਾਮ ਹੈ, ਇੱਕੋ ਤਾਕਤ ਦਾ ਨਾਮ ਹੈ। ਤੇ ਮੈਂ ਬੇਨਤੀ ਕਰਦਾ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਲੋਕ ਉਹ ਵੀ ਇਹ ਜਨ ਬਣ ਕੇ ਅਰਦਾਸ ਕਰਦੇ ਨੇ ਵੀ ਸੱਚੇ ਪਾਤਸ਼ਾਹ ਜਿਨ੍ਹਾਂ ਲੋਕਾਂ ਨੇ 328 ਸਰੂਪ ਗਾਇਬ ਕੀਤੇ ਨੇ ਜਾਂ ਵੇਚੇ ਨੇ ਜਾਂ ਕਿੱਧਰ ਗਏ ਨੇ, ਤੇ ਉਹਨਾਂ ਦਾ ਵੀ ਕੱਖ ਨਾ ਰਹੇ। ਨੰਬਰ 1 ਤੇ ਨੰਬਰ 2 ਉਹ ਅਰਦਾਸ ਕਰਨ ਵੀ ਸੱਚੇ ਪਾਤਸ਼ਾਹ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ, ਅੱਜ ਵੀ 20 25 30 ਸਾਲ ਤੱਕ ਅੰਦਰ ਨੇ, ਉਹਨਾਂ ਨੂੰ ਬਾਹਰ ਆਉਣ ਲਈ ਕੌਣ ਰੋਕ ਰਿਹਾ ਹੈ, ਉਹਨਾਂ ਦੇ ਵੀ ਕੱਖ ਨਾ ਰਹੇ। ਇਹ ਦੋ ਅਰਦਾਸਾਂ ਜਨ ਬਣ ਕੇ ਕਰਨ ਤਾਂ ਮੈਂ ਸੱਚੇ ਪਾਤਸ਼ਾਹ ਦਾ ਬਹੁਤ ਧੰਨਵਾਦ ਕਰਾਂਗਾ। ਬਿਲਕੁਲ ਜੀ, ਬਿਲਕੁਲ। ਤੇ ਇਸੇ ਕਰਕੇ ਗਗਨਦੀਪ ਸਿੰਘ ਜੀ ਜਨ ਬਣ ਕੇ ਕਹਿੰਦੇ ਨਾ ਆਪਣਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਬਿਲਕੁਲ ਜੀ, ਹੈਗਾ ਨਾ ਜੀ। ਕਿਉਂਕਿ ਜੋ ਗੁਰੂ ਸਾਹਿਬ ਦੇ ਬਚਨ ਹਨ ਉਹ 100% ਸੱਚ ਹੁੰਦੇ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਜਿਹੜਾ ਕੰਮ ਕਰੀਏ ਤੇ ਆਪਾਂ ਜਨ ਬਣ ਕੇ ਕਰੀਏ ਫਿਰ ਠੀਕ ਵਾ। ਗਗਨਦੀਪ ਸਿੰਘ ਜੀ ਦੇਖੋ, ਮੈਂ ਤੁਹਾਨੂੰ 3 ਐਗਜ਼ਾਮਪਲ ਦੇਣ ਲੱਗਾ ਛੋਟੇ ਐਵੇਂ ਅੱਧਾ ਮਿੰਟ ਲੈਣਾ ਹੁਣ ਮਸੀਂ ਮੈਂ। ਹਾਂਜੀ। ਤੇ ਜਨ ਬਣ ਕੇ ਜਦੋਂ ਅਰਦਾਸ ਹੁੰਦੀ ਆ, ਅਬਲਾ ਤੇ ਹੁਣ ਪ੍ਰਤੱਖ ਦੇਖ ਲਈ ਦੁਨੀਆ ਨੇ, ਪਰ ਇਤਿਹਾਸ ਵਿੱਚੋਂ ਦੇਣ ਲੱਗਾ ਵੀ ਇੱਕ ਦੇਣ ਲੱਗਾ ਮੈਂ ਤੁਹਾਨੂੰ ਐਗਜ਼ਾਮਪਲ। ਤੇ ਉਹ ਜਨ ਬਣ ਕੇ ਅਰਦਾਸ ਹੋਈ, ਕਿਵੇਂ ਉਹਨਾਂ ਨੂੰ ਫਲ ਲੱਗਾ। ਬਈ ਬਾਬਾ ਦੀਪ ਸਿੰਘ ਜੀ ਕਰ ਅਰਦਾਸ ਪਹਿਲਾਂ, ਬਾਬਾ ਦੀਪ ਸਿੰਘ ਜੀ ਕਰ ਅਰਦਾਸ ਪਹਿਲਾਂ, ਖਿੱਚੀ ਖੰਡੇ ਨਾਲ ਇੱਕ ਲਕੀਰ ਹੈ ਸੀ, ਅਰਦਾਸ ਜਨ ਕੀ ਕਦੇ ਨਾ ਜਾਏ ਬਿਰਤੀ, ਬਦਲੀ ਕੌਮ ਦੀ ਉਸ ਤਕਦੀਰ ਹੈ ਸੀ। ਐਗਜ਼ਾਮਪਲ 1 ਤੇ ਦੂਆ ਦੇਖੋ, ਪੁੱਤਰ ਤਿਆਗ ਮਲ ਅਖੰਡ ਪ੍ਰਚੰਡ ਤਿਰਦੰਡ ਹੋਵੇ। ਬਿਲਕੁਲ। ਪੁੱਤਰ ਤਿਆਗ ਮਲ ਅਖੰਡ ਪ੍ਰਚੰਡ ਤਿਰਦੰਡ ਹੋਵੇ, ਹਰ ਗੋਬਿੰਦ ਸਾਹਿਬ ਜੀ ਕੀਤੀ ਅਰਦਾਸ ਹੈ ਸੀ, ਓਏ ਮਨ ਕਰਕੇ ਕੀਤੀ ਨੂੰ ਫਲ ਲੱਗਾ, ਹਰ ਪਰਖ ਚੋਂ ਹੋਏ ਪਾਸ ਹੈ ਸੀ। ਬਿਲਕੁਲ ਜੀ, ਬਿਲਕੁਲ। ਬੰਦਾ ਸੀਮਤ ਤੇ ਸੀਮਤ ਨੇ ਕੰਮ ਉਹਦੇ, ਅਸੀਮ ਕੋਲੋਂ ਹੀ ਸਦਾ ਆਸ ਕਰੀਏ, ਓਏ ਮੇਰਾ ਦੇ ਮਾਲਕ ਮਿਹਰਬਾਨ ਅੱਗੇ, ਜਨ ਬਣ ਕੇ ਭੋਗਲ ਅਰਦਾਸ ਕਰੀਏ, ਓਏ ਮੇਰਾ ਦੇ ਮਾਲਕ ਮਿਹਰਬਾਨ ਅੱਗੇ, ਜਨ ਬਣ ਕੇ ਭੋਗਲ ਅਰਦਾਸ ਕਰੀਏ, ਬਈ ਜਨ ਬਣ ਕੇ ਭੋਗਲ ਅਰਦਾਸ ਕਰੀਏ। ਤੇ ਆ ਬਾਕੀ ਦੀਆਂ ਜਿਹੜੀਆਂ 2 ਬੇਨਤੀਆਂ ਕੀਤੀਆਂ ਉਹ ਵੀ ਜਨ ਬਣ ਕੇ ਅਰਦਾਸ ਕਰ ਦੇਣ ਤੇ ਉਹਨਾਂ ਦਾ ਵੀ ਕੱਖ ਨਾ ਰਹੇ। ਤੇ ਭੋਗਲ ਸਾਹਿਬ, ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ, ਆਪਾਂ ਗੁਰਬਾਣੀ ਪੜ੍ਹਦੇ ਹਾਂ, ਚਾਹੇ ਉਹ 1 ਅੰਗ ਤੋਂ ਲੈ ਕੇ 1430 ਤੱਕ, 1810-20 ਤੱਕ, ਚਾਹੇ ਅਸੀਂ ਕੋਈ ਵੀ ਜਿਹੜੀ ਆ ਗੁਰਬਾਣੀ, ਚਾਹੇ ਦਸਮ ਪਾਤਸ਼ਾਹ ਦੀ ਲਿਖੀ ਹੋਵੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਲਿਖੀਆਂ ਹੋਣ, ਤੇ ਉਹਦੇ ਵਿੱਚ ਹਮੇਸ਼ਾ ਗਰੀਬ ਨਿਵਾਜ ਜਿਹੜਾ ਸ਼ਬਦ ਆਉਂਦਾ ਹੈ। ਕੋਈ ਇਹ ਤਾਂ ਨਹੀਂ ਹੈਗਾ ਕਿ ਜਿਹੜਾ ਕੋਈ ਵੱਡਾ ਆਦਮੀ ਹੋਵੇ ਜਾਂ ਉਸ ਨੂੰ ਨਿਵਾਜਣ ਦੀ ਗੱਲ ਕੀਤੀ ਹੋਵੇ। ਇਸੇ ਕਰਕੇ ਜਿਹੜਾ ਆਪਣੇ ਆਪ ਨੂੰ ਨਿਮਾਣਾ ਹੀ ਬਣਾਉਣਾ ਪੈਂਦਾ ਆ, ਕਿਉਂਕਿ ਇੱਕੋ ਇਸ ਪਰਮਾਤਮਾ ਦੇ ਵਿੱਚ, ਇੱਕ ਸ੍ਰਿਸ਼ਟੀ ਦੇ ਵਿੱਚ ਇੱਕੋ ਹੀ ਗਰੀਬ ਨਿਵਾਜ ਦਾ ਮਤਲਬ ਜਿਹੜਾ ਗਰੀਬਾਂ ਨੇ ਨਵਾਜ਼ਦਾ, ਜਿਹਦੇ ਵਿੱਚ ਨਿਮਰਤਾ ਬਹੁਤ ਹੋਵੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਗਰੀਬ ਨਿਵਾਜ, ਠੀਕ ਹੈ ਜੀ ਭੋਗਲ ਸਾਹਿਬ ਜੀ। ਗੁਰੂ ਮਹਾਰਾਜ ਵੀ ਗਰੀਬਾਂ ਦਾ ਦੇਖਦਾ, ਜਿਹੜੇ ਅਮੀਰ ਨੇ, ਜਿਹੜੇ ਅਮੀਰ ਵੀ ਮਨ ਦੇ ਜਿਹੜੇ ਸਾਫ਼ ਨੇ, ਉਹਨਾਂ ਨੂੰ ਵੀ ਕੋਈ ਵੀ ਪ੍ਰਾਣੀ ਹੋਵੇ ਜਿਹਦਾ ਮਨ ਸਾਫ਼ ਆ, ਜਿਹਦਾ ਮਨ ਬਾਹਰੋਂ ਦੇਖੋ, ਜੇ ਮਹਾਰਾਜ ਕਹਿੰਦੇ ਨਾ ਵੀ ਜਿਨ ਪੱਟ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ। ਬਿਲਕੁਲ ਜੀ। ਜਿਹੜੇ ਅੰਦਰੋਂ ਰੇਸ਼ਮ ਵਰਗੇ ਨੇ, ਬਾਹਰੋਂ ਭਾਵੇਂ ਖੱਦਰ ਪਾਇਆ, ਪੱਟ ਪੁਰਾਣੇ ਕੱਪੜੇ ਪਾਏ ਨੇ, ਪਰ ਅੰਦਰੋਂ ਜਿਹੜਾ ਰੇਸ਼ਮ ਵਰਗਾ ਆ, ਜਿਹੜਾ ਅੰਦਰੋਂ ਸੱਚ ਨਾਲ ਭਰਿਆ ਪਿਆ, ਉਹ ਗੁਰੂ ਮਹਾਰਾਜ ਜਾਣਦੇ ਨੇ ਤੇ ਉਹਨਾਂ ਦੀ ਅਰਦਾਸ ਵੀ ਸੁਣਦੇ ਨੇ, ਉਹਨਾਂ ਦੇ ਨਾਲ ਖੜਦੇ ਵੀ ਨੇ। ਬਿਲਕੁਲ ਜੀ, ਬਿਲਕੁਲ ਜੀ। ਠੀਕ ਹੈ ਜੀ ਭੋਗਲ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਇਹਨੂੰ ਆਪਾਂ ਜਦੋਂ ਇਹਦਾ ਪੜਾਂਗੇ ਤੇ ਬਹੁਤ ਆਨੰਦ ਆਉਂਦਾ, ਤੇ ਫਿਰ ਹੋਰ ਕੁਝ ਕਰਨ ਨੂੰ ਜੀ ਨਹੀਂ ਕਰਦਾ ਗਗਨਦੀਪ ਸਿੰਘ ਜੀ। ਬਿਲਕੁਲ ਜੀ, ਬਿਲਕੁਲ ਜੀ। ਜੀ ਭੋਗਲ ਸਾਹਿਬ, ਬਿਲਕੁਲ ਆਹੀ ਗੱਲ ਆ, ਪਰਮਾਤਮਾ ਹਰ ਪ੍ਰਾਣੀ ਦੀ ਜਨ ਬਣਨਾ ਸੀ, ਪਹਿਲਾਂ ਜਨ ਬਣਨਾ ਸਿੱਖ ਲਈਏ, ਫਿਰ ਅਰਦਾਸ ਉਹ ਗੁਰੂ ਵੀ ਪ੍ਰਵਾਨ ਕਰਦਾ ਤੇ ਵਾਹਿਗੁਰੂ ਵੀ ਪ੍ਰਵਾਨ ਕਰਦਾ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਮਹਾਰਾਜ ਕਹਿੰਦੇ ਨੇ ਬਾਣੀ 'ਚ, ਇੱਕੋ ਸ਼ਕਤੀ ਦਾ ਨਾਮ, ਇੱਕੋ ਸੱਤਾ ਦਾ ਨਾਮ ਹੈ,
ਬਿਲਕੁਲ ਜੀ ਠੀਕ ਹੈ ਜੀ ਭੋਗਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਬਹੁਤ ਸਮਾਂ ਜਦੋਂ ਗੱਲਾਂ ਕਰੀ ਦੀਆਂ ਤਾਂ ਸਮਾਂ ਤਾਂ ਪਰ ਲਾ ਕੇ ਉੜ ਜਾਂਦਾ, ਪਤਾ ਨਹੀਂ ਲੱਗਦਾ ਬਹੁਤ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੋਗਲ ਸਾਹਿਬ ਬਹੁਤ ਹੀ ਪਿਆਰੀਆਂ ਗੱਲਾਂ ਕਰਕੇ ਜਾਂਦੇ ਨੇ ਤੇ ਸਾਨੂੰ ਜਿਹੜੀਆਂ ਆਪਣੀਆਂ ਨਜ਼ਮਾਂ ਦੇ ਨਾਲ ਵੀ ਤੇ ਚਾਹੇ ਉਹ ਦੁਨਿਆਵੀ ਗੱਲਾਂ ਹੋਣ ਤੇ ਚਾਹੇ ਉਹ ਗੁਰਮੁਖ ਜਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਦੇ ਨੂੰ ਉਚਾਰ ਕੇ ਸਾਨੂੰ ਜਿਹੜਾ ਆ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰਦੇ ਨੇ, ਸਾਨੂੰ ਇੱਕ ਬਹੁਤ ਵੱਡਾ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਨੇ। ਤੇ ਜਿਵੇਂ ਭੋਗਲ ਸਾਹਿਬ ਨੇ ਜਨ ਬਣਨ ਦੀ ਗੱਲ ਕੀਤੀ ਸੀ, ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਕੋਲ ਇੱਕ ਮੁਸਲਮਾਨ ਜਿਹੜਾ ਆ ਆਦਮੀ ਆਉਂਦਾ ਆ ਤੇ ਉਹ ਗੁਰੂ ਸਾਹਿਬ ਨੂੰ ਕਹਿੰਦਾ ਆ ਕਿ ਇਹ ਮੈਂ ਢਾਲ ਬਣਾਈ ਹੋਈ ਆ ਗੈਂਡੇ ਦੇ ਖੱਲ ਦੀ ਤੇ ਤੁਸੀਂ ਇਸ ਨੂੰ ਜਿੱਥੇ ਮਰਜ਼ੀ ਪਰਖ ਲਿਓ ਤੇ ਇਹ ਕਦੀ ਵੀ ਟੁੱਟੇਗੀ ਨਹੀਂ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਠੀਕ ਹੈ, ਕੋਈ ਗੱਲ ਨਹੀਂ, ਬਹੁਤ ਵਧੀਆ, ਜੇ ਤੂੰ ਇਸ ਗੁਰੂ ਘਰ ਨੂੰ ਇਸ ਨਾਨਕ ਦੇ ਦਰ ਤੇ ਜਿਹੜਾ ਚੱਲ ਕੇ ਆਇਆ ਤੇ ਤੂੰ ਸਾਡੇ ਵਾਸਤੇ ਜਿਹੜੀ ਆ ਢਾਲ ਬਣਵਾ ਕੇ ਲਿਆਂਦੀ ਆ ਤੇ ਅਸੀਂ ਜ਼ਰੂਰ ਇਹਨੂੰ ਦੇਖਾਂਗੇ। ਤਾਂ ਗੁਰੂ ਸਾਹਿਬ ਆਪਣੇ ਬਚਨ ਸ਼ੁਰੂ ਕਰ ਦਿੱਤੇ, ਜਿਵੇਂ ਆਮ ਸੰਗਤ ਦੇ ਨਾਲ ਬਚਨ ਵਿਲਾਸ ਹੁੰਦੇ ਸੀ। ਤਾਂ ਫਿਰ ਉਸਨੇ ਕਿਹਾ ਕਿ ਗੁਰੂ ਸਾਹਿਬ ਮੈਂ ਤੁਹਾਡੇ ਲਈ ਇੱਕ ਕੀਮਤੀ ਤੋਹਫਾ ਲੈ ਕੇ ਆਇਆ, ਗੈਂਡੇ ਦੀ ਢਾਲ, ਇਸ ਨੂੰ ਪਰਖ ਕੇ ਦੇਖੋ ਕਿ ਸਪੈਸ਼ਲ ਤੁਹਾਡੇ ਵਾਸਤੇ ਬਣਾਈ ਆ ਤੇ ਇਹ ਕਦੀ ਵੀ ਟੁੱਟੇਗੀ ਨਹੀਂ। ਇਹਨੂੰ ਚਾਹੇ ਜਿਹੜੇ ਵੀ ਮਰਜ਼ੀ ਧਾਤ ਦੇ ਨਾਲ ਟਕਰਾ ਕੇ ਦੇਖ ਲਓ, ਤੀਰ ਨਿਸ਼ਾਨੇ ਕਰਕੇ ਦੇਖ ਲਓ, ਗੋਲੀ ਚਲਾ ਕੇ ਦੇਖ ਲਓ, ਕਿਸੇ ਵੀ ਤਰ੍ਹਾਂ ਇਹਨੂੰ ਪਰਖ ਕੇ ਦੇਖ ਲਓ, ਤਾਂ ਜਿਹੜੀ ਆ ਉਹ ਕਦੀ ਵੀ ਨਹੀਂ ਟੁੱਟੇਗੀ। ਤਾਂ ਗੁਰੂ ਸਾਹਿਬ ਕਹਿੰਦੇ ਵੀ ਠੀਕ ਹੈ ਜੀ, ਸਿੰਘਾਂ ਨੂੰ ਜਿਹੜੀ ਪਕੜਾ ਦਿਓ ਤੇ ਅਸੀਂ ਇਹਦਾ ਨਿਰੀਖਣ ਕਰਾਂਗੇ। ਜਦੋਂ ਤੀਸਰੀ ਵਾਰ ਫਿਰ ਉਸਨੇ ਇੱਕ ਇਹੀ ਗੱਲ ਕਹੀ ਕਿ ਗੁਰੂ ਸਾਹਿਬ ਜੀ ਵੀ ਆ ਮੈਂ ਤੁਹਾਨੂੰ ਭੇਟਾ ਕਰਨ ਜਾ ਰਿਹਾ ਆ, ਇਹ ਗੈਂਡੇ ਦੀ ਖੱਲ ਹੈ ਜਿਹੜੀ ਖੱਲ ਨਾਲ ਬਣਾਈ ਹੋਈ ਆ ਢਾਲ, ਵੀ ਇਹ ਮੈਂ ਤੁਹਾਨੂੰ ਭੇਟਾ ਕਰਨ ਆਇਆ ਆ, ਇਹ ਮੈਂ ਆਪਣੇ ਹੱਥਾਂ ਦੇ ਨਾਲ ਬਣਾਈ ਸੀ। ਉਸਨੇ ਤਿੰਨਾਂ ਗੱਲਾਂ ਦੇ ਵਿੱਚ ਕਿਹਾ ਕਿ ਮੈਂ ਬਣਾ ਕੇ ਲਿਆਇਆ ਤੇ ਇਸ ਨੂੰ ਜਿੱਥੇ ਮਰਜ਼ੀ ਪਰਖ ਲਓ ਤੇ ਇਹ ਮੈਂ ਤੁਹਾਨੂੰ ਭੇਟਾ ਕਰਨ ਆਇਆ। ਤਾਂ ਗੁਰੂ ਸਾਹਿਬ ਨੇ ਕੀ ਕੀਤਾ, ਉਹ ਢਾਲ ਫੜੀ ਤੇ ਜਿਹੜੀ ਫੜ ਕੇ ਭਗਾ ਕੇ ਮਾਰੀ। ਗੁੱਸੇ 'ਚ ਨਹੀਂ ਸੀ, ਸਿਰਫ ਨਿਰੀਖਣ ਕੀਤਾ ਸੀ, ਨਿਰੀਖਣ ਕਰਨ ਦਾ ਤਰੀਕਾ। ਕਿਉਂਕਿ ਪਰਮਾਤਮਾ ਨੂੰ ਅਸੀਂ ਨਹੀਂ ਸਮਝ ਸਕਦੇ ਉਹਨਾਂ ਨੂੰ। ਜੇ ਅਸੀਂ ਕਹੀਏ ਕਿ ਹਾਂ ਗੁਰੂ ਸਾਹਿਬ ਨੂੰ ਕ੍ਰੋਧ ਆ ਗਿਆ ਸੀਗਾ, ਇਹ ਵੀ ਗੱਲ ਨਹੀਂ। ਨਿਰੀਖਣ ਕਿਸੇ ਵੀ ਤਰੀਕਾ ਨਾਲ ਕੀਤਾ ਜਾ ਸਕਦਾ। ਜੇ ਅਸੀਂ ਵੈਸੇ ਵੀ ਉਹਨਾਂ ਦੀ ਮਿਹਰ ਸਦਕਾ ਹੀ ਬਣੀ ਸੀ। ਬਿਲਕੁਲ ਜੀ ਬਿਲਕੁਲ। ਤੇ ਜਦੋਂ ਉਹ ਕੀਤੀ, ਉਹਨੂੰ ਵਗਾ ਕੇ ਮਾਰਿਆ ਤੇ ਉਹਦੇ 2 ਟੁਕੜੇ ਹੋ ਗਏ ਤੇ ਉਹ ਹੱਕਾ ਪੱਕਾ ਹੈਰਾਨ ਹੋ ਗਿਆ ਤੇ ਸ਼ਰਮਿੰਦਾ ਹੋ ਕੇ ਉੱਥੋਂ ਚਲੇ ਗਿਆ ਤੇ ਆਪਣੀ ਘਰਵਾਲੀ ਨੂੰ ਜਾ ਕੇ ਘਰੇ ਦੱਸਿਆ ਕਿ ਭਗਵਾਨ ਨੇ ਵੀ ਅੱਜ ਦਰਬਾਰ ਦੇ ਵਿੱਚ ਇਹ ਹੋਇਆ ਤੇ ਮੈਂ ਗੈਂਡੇ ਦੀ ਖੱਲ ਲੈ ਕੇ ਗਿਆ ਸੀਗਾ ਤੇ ਇਸ ਤਰ੍ਹਾਂ ਜਿਹੜੀ ਆ ਉਹ ਟੁੱਟ ਗਈ, ਵੀ ਹੁਣ ਮੈਂ ਕੀ ਕਰਾਂ। ਤਾਂ ਉਹਦੀ ਪਤਨੀ ਨੇ ਮੱਥੇ ਤੇ ਹੱਥ ਮਾਰਿਆ, ਕਿਹਾ ਕਿ ਤੂੰ ਇਸ ਤਰ੍ਹਾਂ ਕਿਉਂ ਕਿਹਾ, ਤੂੰ ਇਹ ਕਹਿਣਾ ਸੀਗਾ ਕਿ ਇਹ ਆਪ ਦੀ ਕਿਰਪਾ ਦੇ ਨਾਲ ਜਿਹੜੀ ਇਹ ਢਾਲ ਬਣਾਈ ਹੋਈ ਆ ਤੇ ਤੁਸੀਂ ਇਸ ਨੂੰ ਜਿਹੜਾ ਆ ਆਪਣੇ ਦਰਬਾਰ ਦੇ ਵਿੱਚ ਜਿਹੜਾ ਆ ਜਾਂ ਇੱਥੇ ਮੇਰੀ ਜਿਹੜੀ ਭੇਟਾ ਆ ਉਹ ਸਵੀਕਾਰ ਕਰ ਲਓ। ਤੇ ਜਦੋਂ ਇਸੇ ਤਰ੍ਹਾਂ ਉਹੀ ਢਾਲ ਟੁੱਟੀ ਹੋਈ 2 ਜੋੜਿਆਂ ਦੇ ਵਿੱਚ ਜਿਹੜੀ ਉਸ ਦੀ ਪਤਨੀ ਲੈ ਕੇ ਗਈ, ਗੁਰੂ ਸਾਹਿਬ ਨੂੰ ਨਮਸਕਾਰ ਕੀਤਾ ਤੇ ਉਹਨਾਂ ਦਾ ਆਸ਼ੀਰਵਾਦ ਲਿਆ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਵੀ ਇਹ ਜਿਹੜੀ ਢਾਲ ਸੀਗੀ ਮੇਰੇ ਪਤੀ ਜੀ ਨੇ ਬਣਾਈ ਸੀਗੀ ਤੇ ਆਪ ਜੀ ਦੀ ਕਿਰਪਾ ਦੇ ਨਾਲ ਜਿਹੜੀ ਬਣੀ ਸੀਗੀ ਤੇ ਜਿਹੜੀ ਆ ਤੁਸੀਂ ਆਪਣੇ ਦਰਬਾਰ ਦੇ ਵਿੱਚ ਜਿਹੜਾ ਆ ਇਸ ਨੂੰ ਰੱਖ ਲਓ ਤੇ ਜਿਹੜਾ ਆ ਵੀ ਜਿਹੜੀ ਉਹਨਾਂ ਤੋਂ ਗਲਤੀ ਹੋਈ ਆ, ਉਹਨਾਂ ਦੇ ਵਿੱਚ ਜਿਹੜੀ ਮੈਂ ਆਈ ਆ ਤੇ ਉਹਦੀ ਸਾਨੂੰ ਜਿਹੜੀ ਆ ਮੁਆਫੀ ਬਖਸ਼ੋ। ਇਹ ਤੁਹਾਡੀ ਕਿਰਪਾ ਦੇ ਨਾਲ ਹੀ ਜਿਹੜੀ ਬਣੀ ਸੀਗੀ। ਤੇ ਅੱਜ ਵੀ ਜੇ ਅਸੀਂ ਦੇਖੀਏ ਤਾਂ ਉਹ ਜਿਹੜੀ ਢਾਲ ਹੈ ਉਹ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਵਿੱਚ ਜਿਹੜੀ ਆ ਉਹ ਵਿਰਾਜਮਾਨ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆ ਸ਼ਸਤਰ ਉੱਥੇ ਸਜਾਏ ਗਏ ਨੇ, ਉਹਨਾਂ ਦੇ ਵਿੱਚ ਜਿਹੜੀ ਅੱਜ ਵੀ ਜਿਹੜੀ ਆ ਸ਼ਿਸ਼ੋਭਤ ਹੈ। ਤੇ ਇਸੇ ਤਰ੍ਹਾਂ ਜੇ ਅਸੀਂ ਮੈਂ ਦੇ ਵਿੱਚ ਆਉਨੇ ਆ ਤਾਂ ਹਮੇਸ਼ਾ ਜਿਹੜਾ ਪਰਮਾਤਮਾ ਦੇ ਅੱਗੇ ਸਾਨੂੰ ਜਿਹੜਾ ਆ ਝੁਕਣਾ ਹੀ ਪੈਂਦਾ ਆ। ਪਰਮਾਤਮਾ ਦੇ ਅੱਗੇ ਨਿਮਾਣੇ ਹੋ ਕੇ ਜਾਓ ਤਾਂ ਫਿਰ ਜਿਹੜਾ ਆ ਸਤਿਗੁਰੂ ਆਪ ਹੀ ਕਿਰਪਾ ਕਰਦੇ ਨੇ। ਚਲੋ ਵਧਦੇ ਹਾਂ ਅਸੀਂ ਅੱਜ ਦੇ ਇਤਿਹਾਸ ਵੱਲ, ਥੋੜੀ ਜਿਹੀ ਝਾਤ ਮਾਰ ਲਈਏ ਕਿਉਂਕਿ ਸਮਾਂ ਤਾਂ ਜਿਹੜਾ ਆ ਭੋਗਲ ਸਾਹਿਬ ਦੇ ਕਹਿਣ ਵਾਂਗੂ ਪਰ ਲਾ ਕੇ ਓਡੀ ਰਿਹਾ ਆ ਜੀ। ਤੇ ਅੱਗੇ ਜੇ ਗੱਲ ਕਰੀਏ ਅੱਜ ਦੇ ਦਿਨ ਬਾਰੇ ਤਾਂ ਮਨੁੱਖੀ ਸਭਿਅਤਾ ਦੇ ਆਦਿ ਕਾਲ ਤੋਂ ਲੈ ਕੇ ਮਨੁੱਖ ਨੇ ਸਮੇਂ ਨੂੰ ਮਾਪਣ ਲਈ ਮੁੱਖ ਤੌਰ ਤੇ 3 ਕੁਦਰਤੀ ਮਾਪਦੰਡ ਅਪਣਾਏ ਹਨ। ਧਰਤੀ ਆਪਣੀ ਧੁਰੀ ਤੇ ਦੁਆਲੇ ਘੁੰਮਦੀ ਹੈ ਜਿਸ ਨਾਲ ਦਿਨ ਰਾਤ ਬਣਦੇ ਨੇ। ਜੀ ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ ਜੀ। हेलो सत श्री अकाल जी, मेरा नाम सुंदर दादा है जी। मैं ग्रीन फोटो बोल रहा। बहुत बहुत स्वागत जी। सब ਨੂੰ ਦਸਤਾਰ ਬਤਾਈਏ ਆਪ ਜੀ ਨੂੰ ਵੀ ਐਂਬੂਲੈਂਸ ਵਾਲੇ ਬੰਦੇ ਹੈਗੇ ਨਾ ਇਸ ਕੰਟਰੀ 'ਚ, ਦੇ ਆਰ ਡੂਇੰਗ ਗ੍ਰੇਟ ਸਰਵਿਸ। ਤਾਂ ਜਿਹੜੀ ਸਿਕਿਉਰਿਟੀ ਜੋ ਅੰਦਰ ਜਾਂਦਾ ਪੇਸ਼ੈਂਟ ਉਹ ਹੈਗੇ, ਯੂ ਕੈਨ ਟੈਲ ਹੂ ਦ ਪਰਸਨ ਇਜ਼ ਐਂਡ ਦੇ ਵੈਰੀ ਰੂਡ। ਮੈਂ ਰੇਨ ਹਸਪੀਟਲ ਦੀ ਗੱਲ ਆ ਕੱਲ ਦੀ, ਇਹ ਲਾਈਵ ਐਕਸਪੀਰੀਅੰਸ ਹੈ। ਜਿਹੜਾ ਇੰਚਾਰਜ ਸੀ ਉੱਥੇ ਦਾ, ਉਸੇ ਕਾਲਾ ਉੱਚਾ ਲੰਬਾ ਜਵਾਨ, ਉਹ ਮਿੱਠਾ ਬੋਲਦਾ ਸੀ। ਉਹ ਨਾ ਸੀ ਗੋਰੀ, ਉਹ ਸੀ ਇੰਚਾਰਜ ਓਵਰਆਲ। ਉਹ ਦੋਨੋਂ ਹੱਸਦੇ ਸੀ, ਕਹਿੰਦੇ ਵੀ ਡੋਂਟ ਲੈਟ ਐਨੀਬਡੀ ਇਨ,
ਕਹਿੰਦੇ ਅੰਦਰ ਠੰਡ ਆ ਰਹੀ ਹੈ, ਡੋਰ ਬੰਦ ਕਰ ਦਿਓ। ਫਿਰ ਬੰਦੇ ਬਹੁਤ ਖੜੇ ਸੀ, ਉਹ ਬਿਮਾਰਾਂ ਨੂੰ ਰਿਕਵੈਸਟ ਨਹੀਂ ਕਰ ਸਕਦੇ, ਤੇ ਇਹ ਜੋ ਸਿਕਿਉਰਿਟੀ ਆਏ ਨਾ, ਇਹ ਰਿਮੂਵਲ ਕਰਦੇ, ਵੇਸਟ ਆਫ ਮਨੀ। ਉਹ ਏਦਾਂ ਫਿਰਦੇ ਆ ਬੋਡੀ ਆਰਮਰ ਪਾ ਕੇ ਨਾ, ਲੈਫਟ ਇਨ ਦ ਵਾਰ ਜ਼ੋਨ। ਇਹ ਹੌਸਪੀਟਲ ਨੇ ਪਿਆਰ ਮੁਹੱਬਤ ਦੀ ਜਗ੍ਹਾ, ਜਿੱਥੇ ਪੇਸ਼ੈਂਟ ਠੀਕ ਹੋਣ ਜਾਂਦਾ ਹੈਗਾ, ਉਹ ਬਿਮਾਰ ਹੋਣ ਨਹੀਂ ਜਾਂਦਾ। ਸੋ ਆਲ ਦੀ ਸਿਕਿਉਰਿਟੀ ਗਾਰਡਸ ਸ਼ੁਡ ਬੀ ਰਿਮੂਵਡ। ਇਹ ਜਗ੍ਹਾ ਕੋਵਿਡ ਕੋਈ ਨਹੀਂ ਆਇਆ। ਕੋਵਿਡ ਇਹ ਨਾ ਮੈਨ ਮੇਡ ਥਿਊਰੀ ਆ, ਸਾਇੰਟਿਸਟ ਸੀ। ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਹੈਗਾ, ਹੀ ਇਜ਼ ਅ ਕਮੇਡੀਅਨ, ਭਗਵੰਤ ਮਾਨ ਇਜ਼ ਅ ਕਮੇਡੀਅਨ। ਉਹ ਜੋ ਕਈ ਨਾ ਥਰਾਤਾ ਬੰਦੇ ਜਾ ਕੇ ਨਥਿੰਗ ਲੈਫਟ। ਉਹ ਕਹਿੰਦੇ ਮਿੱਠੀ ਗੋਲੀ ਖਿਲਾ ਦਿਓ ਨਸ਼ੇ ਦੀ, ਤੇ ਵਿਊਮੈਨ ਹੱਥ ਫੜਾ ਦਿਓ, ਤੇ ਸਫਾਈ ਕਰਨ ਆਪਣੇ ਘਰੇ ਦੀ। ਇਹ ਜਿਹੜਾ ਉਹ ਰੇਪ ਆਫ ਬ੍ਰਿਟਨ, ਉਹ ਕਰਾਪ ਐਕਸਚੇਂਜ ਕਰੀ ਜਾਂਦੇ ਹੈਗੇ ਆ, ਤੇ ਪੈਸੇ ਉੱਥੇ ਵੇਸਟ ਕਰੀ ਜਾਂਦੇ ਆ। ਲਗਜ਼ਰੀ ਲਾਈਫ ਸਿਟਿੰਗ ਇਨ ਦੀ ਆਫਿਸ, ਜਿੱਦਾਂ ਕਹਿੰਦੀ ਇੱਕ ਪਾਸੇ ਕਾਲਾ ਤੇ ਇੱਕ ਪਾਸੇ ਮੁਸਲਿਮ, ਤੇ ਗੱਭੇ ਬੈਠੀ ਗੋਲੀ, ਉਹ ਦੋਨੋਂ ਪਾਸੇ ਚੋਰ ਬੈਠੇ ਆ। If a single woman had a child and she's a leader, she cannot run the country. कोई भी जगह नहीं रन कर सकती हो। जो आर्मी ने पता आर्मी कौन हैगा, तो यू कैन रन द कंट्री। ये हम मजाक बन गया सारे पास। ये बोरिस जॉनसन जॉब से सफाई करन दी, ये मेरी जॉब नहीं सी। मैं ऑडिट माई बेस्ट, मैं क्या मैं सिक्योरिटी का बंदा हां। तो बैग किथे है, मैं बैग में पीछे SOS another science of the soul, study within. कहना मेरे बात SOS ਹੁੰਦੀ ਹੈ। ਉਹ ਮੁਰਸ਼ਿਦ ਹੈ ਮੇਰਾ ਸਤਿਗੁਰੂ, ਉਹ ਕਿਹੜਾ ਬਿਆਜ ਨਹੀਂ ਕਰਦਾ। ਹਾਂਜੀ तो ध्यान रखो। ठीक है जी, कोई अगर किसी पनिशमेंट देवांगे, ਸਾਨੂੰ ਵੀ ਪਨਿਸ਼ਮੈਂਟ ਮਿਲੇਗੀ। ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ। ਨਵੀਂ ਜ਼ਿੰਦਗੀ ਕਿੱਥੇ ਮਿਲਣੀ ਉਹਦਾ ਫੇਰ ਕੋਈ ਪਤਾ ਨਹੀਂ ਹੈਗਾ। ਬਿਲਕੁਲ ਜੀ, ਬਿਲਕੁਲ। ਸਭ ਨੂੰ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀ ਮੁਬਾਰਕ ਹੋਵੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਰ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਅਸੀਂ ਇੱਕ ਵਾਰ ਫਿਰ ਜਿਹੜੀ ਆ ਵਧਾਈ ਦਿੰਦੇ ਹਾਂ। ਤੇ ਹਾਂਜੀ ਰੋਹਿਤ ਜੀ ਅਸੀਂ ਗੱਲ ਕਰ ਰਹੇ ਸੀ ਕਿ ਧਰਤੀ ਆਪਣੀ ਧੁਰੀ ਦੇ ਦੁਆਲੇ 24 ਘੰਟੇ ਵਿੱਚ ਇੱਕ ਪੂਰਾ ਚੱਕਰ ਕਰਦੀ ਹੈ। 24 ਘੰਟੇ ਦੇ ਸਮੇਂ ਨੂੰ ਇੱਕ ਦਿਨ ਦਾ ਨਾਮ ਦਿੱਤਾ ਗਿਆ, ਜਿਸ ਵਿੱਚ ਦਿਨ ਤੇ ਰਾਤ ਦੋਵੇਂ ਸ਼ਾਮਲ ਹੁੰਦੇ ਨੇ। ਚੰਦਰਮਾ ਧਰਤੀ ਦੇ ਦੁਆਲੇ ਇੱਕ ਪੂਰਾ ਚੱਕਰ ਲਗਭਗ 29.53 ਦਿਨਾਂ ਯਾਨੀ ਕਿ 29 ਦਿਨ 12 ਘੰਟੇ 44 ਮਿੰਟ 2 ਸੈਕਿੰਡ ਵਿੱਚ ਪੂਰਾ ਕਰਦਾ ਹੈ, ਜਿਸ ਨੂੰ ਚੰਦਰ ਮਹੀਨਾ ਕਿਹਾ ਜਾਂਦਾ ਹੈ। 12 ਮਹੀਨੇ ਦਾ ਇੱਕ ਸਾਲ ਹੋਣ ਕਰਕੇ ਚੰਦਰ ਸਾਲ ਲਗਭਗ 354.36 ਦਿਨਾਂ ਦਾ ਹੁੰਦਾ ਹੈ ਜੀ। ਤੇ ਅੱਗੇ ਗੱਲ ਕਰੀਏ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਤਕਰੀਬਨ 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਵਿੱਚ ਆਪਣਾ ਚੱਕਰ ਪੂਰਾ ਕਰਦੀ ਹੈ, ਜਿਸ ਨੂੰ ਮੌਸਮੀ ਸਾਲ ਕਹਿੰਦੇ ਹਨ। ਵਿਸ਼ਵ ਦੀਆਂ ਵੱਖੋ ਵੱਖ ਜਿਹੜੀਆਂ ਵੱਖਰੀਆਂ ਕੌਮਾਂ ਨੇ, ਧਰਮ ਨੇ, ਜਾਂ ਆਪੋ ਆਪਣੀ ਸੂਝ-ਬੂਝ ਅਨੁਸਾਰ ਜਿਹੜੇ ਨੇ ਉਹਨਾਂ ਨੇ ਆਪਣੇ ਆਪਣੇ ਜਿਹੜੇ ਨੇ ਕੈਲੰਡਰ ਬਣਾਏ ਨੇ। ਇਹ ਕੈਲੰਡਰ ਸੂਰਜੀ ਜਾਂ ਫਿਰ ਚੰਦਰ ਸਾਲ ਦੀ ਲੰਬਾਈ ਉੱਪਰ ਆਧਾਰਿਤ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਪੜ੍ਹਾਈ ਲਿਖਾਈ ਘੱਟ ਹੁੰਦੀ ਸੀ ਤਾਂ ਚੰਦਰ ਮਹੀਨੇ ਦੀਆਂ ਤਿੱਥਾਂ ਨੂੰ ਯਾਦ ਰੱਖਣਾ ਆਸਾਨ ਸੀ, ਇਸ ਲਈ ਜ਼ਿਆਦਾਤਰ ਚੰਦਰ ਕੈਲੰਡਰ ਹੀ ਜਿਹੜਾ ਆ ਉਹ ਵਰਤੇ ਜਾਣ ਲੱਗੇ। ਚੰਦਰ ਕੈਲੰਡਰ ਵਿੱਚ ਜਿਸ ਸਾਰੀ ਰਾਤ ਦਾ ਪੂਰਾ ਚੰਦਰਮਾ ਵਿਖਾਈ ਦਿੰਦਾ ਹੈ ਉਸ ਨੂੰ ਪੂਰਨਮਾਸ਼ੀ ਕਿਹਾ ਜਾਂਦਾ ਹੈ। ਪੂਰਨਮਾਸ਼ੀ ਤੋਂ ਅਗਲੇ ਦਿਨ ਵਧੀ ਏਕਮ ਅਤੇ ਉਸ ਤੋਂ ਅਗਾਂਹ ਆਉਣ ਵਾਲੇ ਦਿਨਾਂ ਨੂੰ ਕ੍ਰਮਵਾਰ ਵਧੀ ਦੂਜ, ਵਧੀ ਤੀਜ, ਵਧੀ ਚੌਥ ਆਦਿ ਹੁੰਦੀ ਹੋਏ 5ਵੇਂ ਜਾਂ 15ਵੇਂ ਦਿਨ ਜਿਸ ਰਾਤ ਨੂੰ ਚੰਦਰਮਾ ਬਿਲਕੁਲ ਵੀ ਵਿਖਾਈ ਨਹੀਂ ਦਿੰਦਾ ਉਹ ਮੱਸਿਆ ਦਾ ਦਿਨ ਹੁੰਦਾ ਹੈ। ਉਸ ਤੋਂ ਅੱਗੇ ਫਿਰ ਸੁਦੀ ਏਕਮ, ਸੁਦੀ ਦੂਜ, ਸੁਦੀ ਤੀਜ, ਸੁਦੀ ਚੌਥ ਹੁੰਦੀ ਹੋਈ 14ਵੇਂ ਜਾਂ 15ਵੇਂ ਦਿਨ ਪੂਰਨਮਾਸ਼ੀ ਆ ਜਾਂਦੀ ਹੈ। ਇਸੇ ਤਰ੍ਹਾਂ ਮੱਸਿਆ ਤੋਂ ਜਿਹੜਾ ਆ ਮੱਸਿਆ ਤੱਕ ਦਾ ਜਾਂ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਦੇ ਸਮੇਂ ਨੂੰ ਇੱਕ ਮਹੀਨਾ ਜਿਹੜਾ ਆ ਉਹ ਮਿਥ ਲਿਆ ਜਾਂਦਾ ਹੈ ਜੀ। ਚੰਦਰਮਾ ਤੇ ਆਧਾਰਿਤ ਸਾਲ ਮੌਸਮਾਂ ਨਾਲ ਮੇਲ ਨਹੀਂ ਖਾਂਦਾ। ਮੌਸਮਾਂ ਨਾਲ ਮੇਲ ਖਾਣ ਲਈ ਸੂਰਜੀ ਕੈਲੰਡਰ ਹੀ ਸਭ ਤੋਂ ਉੱਤਮ ਹੈ। ਭਾਰਤ ਵਿੱਚ ਪ੍ਰਚਲਿਤ ਬਿਕਰਮੀ ਕੈਲੰਡਰ ਸੂਰਜੀ ਤੇ ਚੰਦਰ ਦੋਵੇਂ ਪ੍ਰਣਾਲੀਆਂ ਦਾ ਮਿਸ਼ਰਣ ਹੈ, ਜਿਸ ਅਨੁਸਾਰ ਧਾਰਮਿਕ ਦਿਹਾੜੇ ਚੰਦਰਮਾ ਦੀਆਂ ਤਿਥਾਂ ਮੁਤਾਬਿਕ ਤੇ ਹੋਰ ਇਤਿਹਾਸਿਕ ਦਿਹਾੜੇ ਸੂਰਜੀ ਸਾਲ ਦੀਆਂ ਤਾਰੀਖਾਂ ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ। ਚੰਦਰ ਸਾਲ ਸੂਰਜੀ ਸਾਲ ਤੋਂ ਲਗਭਗ 11 ਦਿਨ ਛੋਟਾ ਹੋਣ ਕਰਕੇ ਜਿਹੜੇ ਗੁਰਪੁਰਬ ਇਸ ਸਾਲ ਆਏ ਜਾਂ ਆਉਣੇ ਹਨ ਉਹ ਅਗਲੇ ਸਾਲ 11 ਦਿਨ ਪਹਿਲਾਂ ਆ ਜਾਣਗੇ। ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ ਤੇ ਤੀਸਰੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ। ਪਰ ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਹਰ ਦੂਜੇ ਜਾਂ ਤੀਜੇ ਸਾਲ ਇੱਕ ਫਾਲਤੂ ਮਹੀਨਾ ਜੋੜ ਦਿੱਤਾ ਜਾਂਦਾ ਹੈ, ਜਿਸ ਨੂੰ ਲੌਂਦ ਦਾ ਮਹੀਨਾ ਜਾਂ ਫਿਰ ਮਲ ਮਾਸ ਕਹਿੰਦੇ ਹਨ। ਪੰਡਿਤਾਂ ਅਨੁਸਾਰ ਮਲਮਾਸ ਅਸ਼ੁਭ ਮਹੀਨਾ ਹੁੰਦਾ ਹੈ ਤੇ ਇਸ ਮਹੀਨੇ ਦੌਰਾਨ ਕੋਈ ਵੀ ਧਾਰਮਿਕ ਜਾਂ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਸੋ ਇਸ ਮਹੀਨੇ 'ਚ ਆਉਣ ਵਾਲੇ ਗੁਰਪੁਰਬ ਅਗਲੇ ਮਹੀਨੇ ਵਿੱਚ ਮਨਾਏ ਜਾਣ ਕਰਕੇ 11 ਦਿਨ ਪਹਿਲਾਂ ਆਉਣ ਦੀ ਬਜਾਏ 18-19 ਦਿਨ ਪਛੜ ਕੇ ਆਉਣਗੇ।
ਬਿਲਕੁਲ ਜੀ, ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ ਇਤਿਹਾਸ ਨੂੰ, ਪਰ ਗੱਲਾਂ ਕਰਦੇ ਹੋਏ ਰੂਹੀ ਜੀ ਪਤਾ ਹੀ ਨਹੀਂ ਲੱਗਿਆ ਸਾਨੂੰ ਜਿਹੜਾ ਆ ਵੇਲਾ ਉਹ ਹੁਣ ਛੋਟੇ ਜਿਹੇ ਅੰਤਰਾਲ ਦਾ ਹੈ। ਬਿਲਕੁਲ ਜੀ, ਮਿਲਦੇ ਹਾਂ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ट्रैवल माई वर्ल्ड ਤੁਹਾਡੇ ਲਈ ਸਸਤੀਆਂ ਟਿਕਟਾਂ ਲੈ ਕੇ ਹਾਜ਼ਰ ਹੈ। ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣਾ ਹੈ, ਵੀਜ਼ਾ ਲਗਵਾਉਣਾ ਹੈ, ਪੈਨ ਕਾਰਡ ਬਣਾਉਣਾ ਹੈ, OCI ਕਾਰਡ ਬਣਾਉਣਾ ਹੈ, ਬਾਇਓਮੈਟ੍ਰਿਕ ਕਾਰਡ ਬਣਾਉਣਾ ਹੈ। ਤੁਹਾਡਾ ਆਪਣਾ ਤੇ ਭਰੋਸੇਮੰਦ ਪਾਰਟਨਰ ਟਰੈਵਲ ਮਾਈ ਵਰਲਡ 69 ਹਾਈ ਸਟਰੀਟ ਨੀਅਰ ਗੁਰਦੁਆਰਾ ਸ਼੍ਰੀ ਹਰਿਰਾਏ ਸਾਹਿਬ ਵੈਸਟ ਬ੍ਰੋਮਿਚ। ਇੰਡੀਆ ਦਾ ਵੀਜ਼ਾ ਲਗਵਾਉਣਾ ਹੋਵੇ ਜਾਂ ਵਰਲਡ ਦੇ ਕਿਸੇ ਵੀ ਕੋਨੇ ਦਾ ਵੀਜ਼ਾ ਲਗਵਾਉਣਾ ਹੋਵੇ, ਯਾਦ ਰੱਖੋ ਤੁਹਾਡਾ ਆਪਣਾ ਤੇ ਭਰੋਸੇਮੰਦ ਪਾਰਟਨਰ ਟਰੈਵਲ ਮਾਈ ਵਰਲਡ। ਬੱਲੇ ਵੀ ਬੱਲੇ ਉਦੋਂ ਪੇਸ਼ ਨਾ ਕੋਈ ਚੱਲੇ ਜਦੋਂ PCR ਟੈਸਟ ਤੋਂ ਬਿਨਾ ਜਹਾਜ਼ ਤੋਂ ਲਾ ਲੈਂਦੇ ਥੱਲੇ। ਜਹਾਜ਼ ਚੜ੍ਹਨ ਤੋਂ ਪਹਿਲਾਂ ਜਾਂ ਵਾਪਸੀ ਤੋਂ ਪਹਿਲਾਂ COVID-19 ਕੇਅਰ ਤੋਂ ਤੁਸੀਂ ਸਾਰੇ ਤਰ੍ਹਾਂ ਦੇ PCR ਟੈਸਟ ਕਰਵਾ ਕੇ 1 ਘੰਟੇ ਵਿੱਚ 248 ਸੋਹੋ ਰੋਡ ਕੰਡਾ ਬਿਲਡਿੰਗ ਫਸਟ ਫਲੋਰ ਤੋਂ ਰਿਜ਼ਲਟਸ ਲੈ ਸਕਦੇ ਹੋ। ਟੈਸਟਿੰਗ ਦੇ ਚਾਰजेस 35 ਪਾਉਂਡ ਤੋਂ ਸ਼ੁਰੂ ਹੁੰਦੇ ਹਨ। 1 ਘੰਟੇ ਅਤੇ ਸਿਮ ਦੇ ਸਰਵਿਸ ਵੀ ਦਿੰਦੇ ਹਾਂ, ਜਿਨ੍ਹਾਂ ਦੀਆਂ ਬ੍ਰਾਂਚਿਸ ਆਲਡਰਿਜ ਵੋਸਲ ਹਾਈ ਸਟਰੀਟ ਵੈਸਟ ਬ੍ਰੋਮਿਚ ਤੋਂ ਵੀ PCR ਟੈਸਟ ਡੇ 2 ਡੇ 8 ਟੈਸਟਿੰਗ ਕਰਵਾ ਕੇ ਫਿਟ ਟੂ ਫਲਾਈ ਟਰੈਵਲ ਸਰਟੀਫਿਕੇਟ ਲੈ ਸਕਦੇ ਹੋ। ਮਿਡਲੈਂਡਸ ਵਿੱਚ ਫਾਰਮੇਸਿਸ ਟਰੈਵਲ ਏਜੰਟ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਅਤੇ ਵੈਬਸਾਈਟ ਤੇ ਜਾ ਕੇ ਸੰਪਰਕ ਕਰੋ ਜੀ। ਸਾਧ ਸੰਗਤ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਨਿਸ਼ਕਾਮ ਸਵੱਟ ਸੰਗਤਾਂ ਦੇ ਸਹਿਯੋਗ ਨਾਲ ਬੇਘਰ ਲੋਕਾਂ ਲਈ ਬਹੁਤ ਹੀ ਵੱਡਾ ਉਪਰਾਲਾ ਕਰ ਰਹੇ ਹਨ। ਹੁਣ ਸਰਦੀ ਦੇ ਮੌਸਮ ਵਿੱਚ ਉਹ ਬੇਘਰ ਲੋਕਾਂ ਲਈ ਗਰਮ ਫੂਡ ਦੇ ਨਾਲ ਸਲੀਪਿੰਗ ਬੈਗਸ, ਸੌਕਸਿਸ, ਗਲਵਸ, ਸਕਾਰਫ, ਰੇਨਕੋਟ ਆਦਿ ਸਮਾਨ ਦੇ ਕੇ ਇੰਨੀ ਠੰਡ ਵਿੱਚ ਉਹਨਾਂ ਗਰੀਬ ਭੈਣ ਭਰਾਵਾਂ ਦੀ ਜਾਨ ਬਚਾਈਏ। ਇਸੇ ਕਰਕੇ ਨਿਸ਼ਕਾਮ ਸਵੱਟ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇੰਨੀ ਸਰਦੀ ਦੇ ਮੌਸਮ ਵਿੱਚ ਉਹ ਬੇਘਰ ਲੋਕਾਂ ਦਾ ਸਹਾਰਾ ਬਣੋ ਤਾਂ ਜੋ ਉਹ ਵੀ ਸਕੂਨ ਦੀ ਨੀਂਦ ਸੌਂ ਸਕਣ। Our email address is info@nishkamswat.org। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੇ ਮੇਰੇ ਨਾਲ ਜਿਹੜੇ ਨੇ ਰੂਹੀ ਗਰੋਵਰ ਜੀ, ਤੇ ਅਸੀਂ ਗੱਲ ਕਰ ਰਹੇ ਸੀਗੇ ਦੇਸੀ ਮਹੀਨੇ ਦੀ 1 ਤਰੀਕ, ਯਾਨੀ ਕਿ ਅੱਜ ਜਿਹੜਾ ਆ ਦੇਸੀ ਮਹੀਨੇ ਦੇ ਮੁਤਾਬਿਕ ਨਵਾਂ ਸਾਲ ਹੈ। ਸਮੂਹੀ ਪੰਜਾਬੀਆਂ ਨੂੰ, ਪੰਜਾਬ ਦੇ ਵਿੱਚ ਰਹਿੰਦੇ ਵਾਸੀਆਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੇ ਸਰੋਤਿਆਂ ਨੂੰ ਜਿਹੜਾ ਆ ਗਗਨਦੀਪ ਸਿੰਘ ਅਨੰਦਪੁਰੀ ਵੱਲੋਂ ਇੱਕ ਵਾਰ ਫੇਰ ਜਿਹੜਾ ਆ ਨਵੇਂ ਸਾਲ ਦੀਆਂ ਮੁਬਾਰਕਾਂ। ਤੇ ਸਾਡੇ ਨਾਲ ਜਿਹੜੇ ਕਾਲਰ ਕਾਲ ਤੇ ਨੇ, ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ ਜੀ। हाँ जी, गगनदीप ते रूही जी, वाहिगुरु जी का खालसा, वाहिगुरु मैं जी बहादुर सिंह जी बहुत बहुत स्वागत है। बहुत बहुत स्वागत जी ਤੁਹਾਡਾ। ਪਹਿਲਾਂ ਨਵੇਂ ਸਾਲ ਦੀ, ਨਵੇਂ ਮਹੀਨੇ ਦੀ ਬਹੁਤ ਚੜ੍ਹਦੀ ਕਲਾ ਤੇ ਵਧਾਈਆਂ ਆਪਾਂ ਸਾਰਿਆਂ ਨੂੰ। ਬਿਲਕੁਲ ਜੀ, ਤੁਹਾਨੂੰ ਵੀ। ਬਹਾਦਰ ਮੈਂ ਜਿਹੜਾ ਆਪਣਾ ਭੋਗਲ ਸਾਹਿਬ ਬਹੁਤ ਵਧੀਆ ਕਹਿ ਗਿਆ, ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਵੀ ਇਹੋ ਜਿਹੀ ਨਾ ਪੋਜ਼ਿਟਿਵ ਚੀਜ਼ਾਂ ਰੱਖਿਆ ਕਰੋ ਦਿਮਾਗ ਦੇ ਵਿੱਚ, ਬਾਹਲੀਆਂ ਨੈਗੇਟਿਵ ਤੇ ਨਾ ਸਟ੍ਰੈਸਫੁਲ ਚੀਜ਼ਾਂ ਨਾ ਰੱਖੋ। ट्राई करो 1 दिन 2 दिन किवें बिल्ड करके ना ਆਪਾਂ ਪ੍ਰੋਗਰਾਮ ਚ ਆਪਾਂ ਕਹਿੰਦਾ ਕਾਫੀ ਪੋਜ਼ਿਟਿਵ ਗੱਲਾਂ ਕਰਦੇ ਹੁੰਦੇ ਆ, ਕਹਿੰਦਾ ਰੌਲਾ ਨਹੀਂ ਪਾਉਂਦੇ। ਤੇ ਮੈਂ ਇੱਕ ਕਹਿੰਦਾ ਵੀ ਇੱਕ ਟਰਾਈ ਕਰੋ ਹੈ ਨਾ, ਆਪਣੀ ਲਾਈਫ ਹੀ ਬਦਲ ਜਾਣੀ ਹੈ ਬਈ। ਬਿਲਕੁਲ ਜੀ, ਬਿਲਕੁਲ। ਤੇ ਨਾਲੇ ਆਪਣੇ ਇੰਡੀਆ ਬਾਰੇ ਜਿਵੇਂ ਜਿਹੜਾ ਕੁਝ ਹੋਇਆ, ਆਪਾਂ ਕਹਿੰਦਾ ਜੇ 1 ਅਰਦਾਸ ਕਰੂ, 2 ਅਰਦਾਸ ਕਰੂ, 3, ਫਿਰ ਆਪਾਂ ਸੰਗਤ ਬਣ ਗਏ ਤੇ ਜਦੋਂ ਆਪਾਂ ਇਕੱਠੇ ਹੋ ਕੇ ਅਰਦਾਸ ਕਰਾਂਗੇ ਫਿਰ ਵਾਹਿਗੁਰੂ ਕੋਲ ਪਹੁੰਚਣ ਲੱਗ ਜਾਂਦੀ ਹੈ। ਉੱਥੇ ਵਾਹਿਗੁਰੂ ਆਪ ਵੱਸਦਾ ਤੇ ਆਪਾਂ ਚੰਗੀਆਂ ਚੀਜ਼ਾਂ ਸੋਚੋ ਬਈ ਚੰਗਾ ਹੋਵੇ ਬਈ, ਛੇਤੀ ਪ੍ਰਵਾਨ ਹੁੰਦੀਆਂ ਉਹ। ਤੇ ਇੱਕ ਮੈਂ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹੁੰਦਾ ਜੀ, ਅੱਜ ਜਿਹੜਾ ਸੰਗਤ ਟੀਵੀ ਹੈ ਕਹਿੰਦੇ ਇਹਨੂੰ ਪਲੀਜ਼ ਸਪੋਰਟ ਕਰੋ। ਮੈਂ ਕਹਿੰਦਾ ਰਹਿਣਾ ਬਹੁਤ ਚਿਰ ਦੇ ਆਪਾਂ ਤਾਂ ਜੁੜੇ ਹੋਏ ਆ। ਬਿਲਕੁਲ ਜੀ, ਧੰਨਵਾਦ, ਬਹੁਤ ਬਹੁਤ ਬਹਾਦਰ ਜੀ। ਅਸੀਂ ਮੰਗਤੇ ਤਾਂ ਹੈ ਨਹੀਂਗੇ, ਅਸੀਂ ਪਿਆਰ ਨਾਲ ਕਹਿ ਰਹੇ ਹਾਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਮੈਂ ਇੰਨਾ ਹੀ ਕਹਿਣਾ ਵੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਹਾਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਵਧੀਆ ਜਿਹੜੇ ਵਿਚਾਰ ਆਪਣੇ ਬਹਾਦਰ ਸਿੰਘ ਜੀ ਨੇ ਰੱਖੇ ਨੇ ਕਿ ਜਿਹੜਾ ਆ ਇਸ ਪ੍ਰੋਗਰਾਮ ਨੂੰ ਜਿਹੜਾ ਵੱਧ ਤੋਂ ਵੱਧ ਸਪੋਰਟ ਕਰੋ, ਵੱਧ ਤੋਂ ਵੱਧ, ਤਾਂ ਕਿ ਜਿਹੜਾ ਆ ਅਸੀਂ ਸੱਚ ਨੂੰ ਜਿਹੜਾ ਆ ਉਹ ਅੱਗੇ ਲੈ ਕੇ ਜਾ ਸਕੀਏ। ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਆ, ਸਾਡੀ ਜਿਹੜੀ ਆ ਪੁਰਜ਼ੋਰ ਇਹੀ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਅਸੀਂ ਸੱਚ ਨੂੰ ਅੱਗੇ ਜਾਵੇ, ਪੋਜ਼ਿਟਿਵਿਟੀ ਅੱਗੇ ਜਾਵੇ। ਬਿਲਕੁਲ ਜੀ, ਪੋਜ਼ਿਟਿਵਿਟੀ ਜਿਹੜੀ ਆ ਉਹ ਅੱਗੇ ਜਾਵੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਸੱਚ ਸੁਣਾਏ ਸੀ ਸੱਚ ਕੀ ਵੇਲਾ, ਜਿਹੜਾ ਉਹ ਸੱਚ ਸੁਣਾਉਣ ਦਾ ਸਮਾਂ ਆ, ਸੱਚ ਬੋਲਣ ਦਾ ਸਮਾਂ ਆ। ਹਾਂ, ਸੱਚ ਦੇ ਪੈਰਾਂ ਨੂੰ ਹਮੇਸ਼ਾ ਜੰਜੀਰਾਂ ਜ਼ਰੂਰ ਹੁੰਦੀਆਂ ਨੇ, ਪਰ ਉਹ ਜਲਦੀ ਹੀ ਟੁੱਟ ਜਾਂਦੀਆਂ ਨੇ ਜਦੋਂ ਸੱਚ ਪੂਰਾ ਆਪਣੇ ਜਿਹੜਾ ਆ ਕਾਇਮ ਰਵੇ। ਤੇ ਦੂਸਰੀ ਗੱਲ, ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਆਪਣੇ ਇਸ ਦਰਸ਼ਕਾਂ ਨੂੰ ਇਸ ਪ੍ਰੋਗਰਾਮ ਦੇ ਜਿਹੜਾ ਆ ਮਾਧਿਅਮ ਦੇ ਰਾਹੀਂ, ਜੇ ਅਸੀਂ ਲੋਕਤੰਤਰ ਦਾ ਪੂਰਾ ਜਿਹੜਾ ਆ ਉਹਦਾ ਫਾਇਦਾ ਲਿਆਇਆ ਜਾਂ ਆਪਣਾ ਮਤਲਬ ਸਮਝਿਆ ਕਿ ਲੋਕਤੰਤਰ ਦੇ ਵਿੱਚ ਕੀ ਸ਼ਕਤੀ ਹੁੰਦੀ ਹੈ, ਤੇ ਅਸੀਂ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਏ ਆ, ਤੇ ਚਾਹੀਦਾ ਵੀ ਸੀਗਾ, ਤੇ ਸਾਨੂੰ ਜਿਹੜਾ ਆ ਇੱਕ ਬਦਲਾਵ ਦੀ ਜਿਹੜੀ ਆ ਉਹ ਆਸ ਵੀ ਸੀਗੀ, ਉਹ ਹੋਣੀ ਵੀ ਚਾਹੀਦੀ ਆ। ਜੇ ਉਹ ਨਹੀਂ ਹੁੰਦੀ ਆਸ, ਤੇ ਮੈਂ ਨਹੀਂ ਕਹਿੰਦਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਆ ਕਿ ਇਸੇ ਤਰ੍ਹਾਂ ਦਾ ਜਿਹੜਾ ਆ ਉਹ ਬਦਲਾਵ ਹੋਣਾ ਚਾਹੀਦਾ। ਬਿਲਕੁਲ ਜੀ। ਤੇ ਜੇ ਨਹੀਂ ਹੁੰਦਾ ਤਾਂ ਫਿਰ ਜਿਹੜਾ ਆ ਸਾਡਾ ਉਹ ਵਿਸ਼ਵਾਸ ਕਿਸੇ ਤੇ ਨਹੀਂ ਰਹੇਗਾ। ਤੇ ਦੂਸਰੀ ਗੱਲ, ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰ ਸੀਗੇ, ਉਹ ਦੂਸਰੇ ਪਾਰਟੀਆਂ ਨੂੰ ਜਿਹੜੇ ਨੇ ਲੀਡਰ ਜਦੋਂ ਲੰਘਦੇ ਨੇ ਬਹੁਤ ਜਿਹੜੀ ਆ ਹੁੱਲੜਬਾਜ਼ੀ ਕਰਦੇ ਨੇ। ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਦਰਸ਼ਕ ਦੇਖ ਰਹੇ ਨੇ, ਉਹਨਾਂ ਨੂੰ ਇੱਕ ਸਮਝਾਉਣ ਕਿ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਜੇ ਉਹਨਾਂ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ, ਅਸੀਂ ਮਾੜਾ ਪ੍ਰਦਰਸ਼ਨ ਕਰਕੇ ਉਹਨਾਂ ਅੱਗੇ ਅਸੀਂ ਇਸ ਤਰ੍ਹਾਂ ਦਾ ਗਲਤ ਜਿਹੜਾ ਆ ਆਪਣਾ ਜਿਹੜਾ ਕਰੈਕਟਰ ਨਹੀਂ ਸ਼ੋਅ ਕਰਨਾ। ਤੇ ਦੂਸਰੀ ਗੱਲ, ਤੇ ਸਾਨੂੰ ਵੀ ਜਿਹੜਾ ਆ ਰਾਜਨੀਤਿਕ ਪਾਰਟੀਆਂ ਵੱਲ ਜਿਹੜਾ ਆ ਵਧਣਾ ਚਾਹੀਦਾ ਆ, ਚਾਹੇ ਉਹ ਗੁਰਸਿੱਖ ਹੋਣ, ਚਾਹੇ ਜਿਹੜੇ ਆ ਆਮ ਸਹਿਜਧਾਰੀ ਜਿਹੜੇ ਲੋਕ ਹੋਣ ਜਿਨ੍ਹਾਂ ਨੇ ਅੰਮ੍ਰਿਤ ਨਾ ਛਕਿਆ ਹੋਵੇ, ਕਿਉਂਕਿ ਸਾਨੂੰ ਜਿਹੜਾ ਆ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਲਈ ਵੀ ਜਿਹੜਾ ਆ ਤਗੜੇ ਹੋਣਾ ਪੈਣਾ ਆ। ਸਾਨੂੰ ਜਿਹੜਾ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆ ਸ਼ਮੂਲੀਅਤ ਕਰਨੀ ਚਾਹੀਦੀ ਆ ਉਸ ਦੇ ਜਿਹੜਾ ਆ ਕੀ ਕਹਿ ਸਕਦੇ ਆਪਾਂ ਇਲੈਕਸ਼ਨਾਂ ਦੇ ਵਿੱਚ। ਤੇ ਸਾਡਾ ਜਿਹੜਾ ਆ ਅਸੀਂ ਜਿਹੜਾ ਲੋਕਤੰਤਰ ਦਾ ਜਿਹੜਾ ਆ ਅਸੀਂ ਸਹੀ ਇਸਤੇਮਾਲ ਕੀਤਾ ਆ, ਤਾਂ ਹੀ ਜਿਹੜਾ ਆ ਰਿਵਾਇਤੀ ਪਾਰਟੀਆਂ, ਪੰਥਕ ਪਾਰਟੀਆਂ, ਚਾਹੇ ਜੋ ਵੀ ਸੀ, ਚਾਹੇ ਜਿਨ੍ਹਾਂ ਨੇ ਸਾਡੇ ਵਾਸਤੇ ਕੰਮ ਕੀਤਾ ਜਾਂ ਨਹੀਂ ਕੀਤਾ, ਅਸੀਂ ਉਹਨਾਂ ਨੂੰ ਪਰੇ ਕਰਕੇ ਜਿਹੜਾ ਆ ਇੱਕ ਨਵੇਂ ਬਦਲਾਅ ਦੇ ਲਈ ਜਿਹੜੀ ਆ ਵੋਟ ਕੀਤੀ ਸੀਗੀ, ਤੇ ਉਹ ਬਦਲਾਅ ਹੋਣਾ ਚਾਹੀਦਾ ਹੈ। ਜੇ ਨਹੀਂ ਹੁੰਦਾ, ਅੱਗੇ ਵਕਤ ਦੱਸਦਾ ਹੈ ਕਿ ਸ਼ੁਰੂਆਤ ਤਾਂ ਹੋ ਚੁੱਕੀ ਹੈ ਪੰਜਾਬ ਵਿੱਚ, ਬਾਕੀ ਅੱਗੇ ਦੇਖਦੇ ਕਿ ਅੱਗੇ ਸਟੇਟਸ ਕੀ ਹੁੰਦਾ ਹੈ। ਤੇ ਆਸ ਇਹੀ ਆ, ਦੇਖੋ ਅਸੀਂ ਹਰ ਇੱਕ ਦੇ ਕੰਮ ਕਰਨ ਦੇ ਤਰੀਕੇ ਨੂੰ ਤਾਂ ਦੱਸ ਨਹੀਂ ਸਕਦੇ ਕਿ ਉਹ ਕਿੰਨੇ ਟਾਈਮ ਵਿੱਚ ਕਰੂਗਾ ਜਾਂ ਕਿਵੇਂ ਕਰੂਗਾ, ਪਰ ਇੱਕ ਆਸ ਹੈਗੀ ਆ ਕਿ 5 ਸਾਲ ਦੇ ਵਿੱਚ ਕੁਛ ਨਾ ਕੁਛ ਜਿਹੜਾ ਬਦਲਾਵ ਹੋਣਾ ਉਹ ਜ਼ਰੂਰੀ ਹੋਵੇ, ਤੇ ਹੋਏਗਾ ਵੀ, ਤੇ ਹੋਣਾ ਵੀ ਚਾਹੀਦਾ ਆ ਇਸੇ ਕਰਕੇ। ਤੇ ਅਸੀਂ ਗੱਲ ਕਰਦੇ ਸੀਗੇ ਜਿਹੜਾ ਆ ਨਵੇਂ ਸਾਲ ਦੀ ਕੁਝ ਕੈਲੰਡਰਾਂ ਬਾਰੇ, ਤੇ ਉਹ ਉਸ ਨੂੰ ਜਿਹੜਾ ਆ ਅਸੀਂ ਜਾਰੀ ਰੱਖਦੇ ਹਾਂ ਜੀ। ਤੇ ਹੁਣ ਗੱਲ ਕਰਦੇ ਬਿਕਰਮੀ ਕੈਲੰਡਰ ਬਾਰੇ। ਬਿਕਰਮੀ ਕੈਲੰਡਰ ਵਿੱਚ ਵੱਡਾ ਦੋਸ਼ ਇਹ ਹੈ ਕਿ ਇਹ ਕੈਲੰਡਰ ਇਸ ਮਿੱਥ ਦੇ ਆਧਾਰ ਤੇ ਤਿਆਰ ਕੀਤਾ ਜਾ ਰਿਹਾ ਕਿ ਧਰਤੀ ਖੜੀ ਹੈ ਤੇ ਸੂਰਜ ਇਸ ਦੇ ਦੁਆਲੇ ਘੁੰਮ ਰਿਹਾ ਹੈ। ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਕੋਪਰਨੀਕਸ, ਇਹਨਾਂ ਨੇ ਜਿਸ ਨੂੰ ਮੌਜੂਦਾ ਤਾਰਾ ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਹੈ, ਉਹਨਾਂ ਨੇ ਕੀਤੀ ਸੀ। ਉਸਨੇ ਕੁਝ ਫਾਰਮੂਲੇ ਇਜਾਦ ਕੀਤੇ ਸਨ, ਤੇ ਉਹਨਾਂ ਵੱਲੋਂ ਕੀਤੇ ਗਏ ਕੰਮ ਦੀ ਪੜਤਾਲ ਕਰਕੇ ਗਲੀਲੀਓ ਨੇ ਦੁਨੀਆ ਨੂੰ ਦੱਸਿਆ ਸੀ ਕਿ ਧਰਤੀ ਗੋਲ ਹੈ ਤੇ ਸੂਰਜ ਦੁਆਲੇ ਘੁੰਮਦੀ ਹੈ। ਇਸ ਮਹਾਨ ਖੋਜ ਤੋਂ 4 ਸਦੀਆਂ ਬਾਅਦ ਬਿਕਰਮੀ ਕੈਲੰਡਰ ਅੱਜ ਵੀ ਇਹ ਮੰਨ ਕੇ ਹੀ ਬਣਾਇਆ ਜਾਂਦਾ ਹੈ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ। ਸੰਗਰਾਂਦਾਂ ਦੀ ਪਰਿਭਾਸ਼ਾ ਅੱਜ ਵੀ ਇਹੀ ਹੈ ਕਿ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਿਨ ਸੰਗਰਾਂਦ ਹੁੰਦੀ ਹੈ, ਭਾਵ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ। ਯਾਨੀ ਕਿ ਦੇਸੀ ਮਹੀਨੇ ਦੀ ਜਿਹੜੀ ਆ ਪਹਿਲੀ ਤਰੀਕ ਹੁੰਦੀ ਹੈ। ਜਦੋਂ ਕਿ ਤਕਨੀਕੀ ਤੌਰ ਤੇ ਜਦੋਂ ਧਰਤੀ 30 ਡਿਗਰੀ ਅੱਗੇ ਵੱਧਦੀ ਹੈ ਤਾਂ ਮਹੀਨਾ ਬਦਲ ਜਾਂਦਾ ਹੈ। ਹੈਰਾਨੀ ਇਹ ਹੈ ਕਿ ਅੱਜ ਵੀ ਬਾਈਬਲ ਵਿੱਚ ਲਿਖਿਆ ਪਿਆ ਹੈ ਕਿ ਧਰਤੀ ਚਪਟੀ ਹੈ ਤੇ ਖੜੀ ਹੈ, ਜਿਸ ਦੇ ਦੁਆਲੇ ਸੂਰਜ ਘੁੰਮ ਰਿਹਾ ਹੈ। ਗਲੀਲੀਓ ਵੱਲੋਂ ਬਾਈਬਲ ਦੀ ਇੱਕ ਲਿਖਤ ਦੇ ਉਲਟ ਕਹੇ ਜਾਣ ਤੇ ਹੀ ਈਸਾਈ ਚਰਚ ਵੱਲੋਂ ਉਸ ਨੂੰ ਸਜ਼ਾ ਦਿੱਤੀ ਗਈ ਸੀ। ਬਾਈਬਲ 'ਚ ਲਿਖਤ ਦੇ ਰੂਪ ਦੇ ਬਾਵਜੂਦ ਦੁਨੀਆ ਨੂੰ ਸੱਚ ਦੱਸਣ ਵਾਲੇ ਗਲੀਲੀਓ ਨੂੰ ਸਜ਼ਾਵਾਂ ਦੇਣ ਵਾਲੇ ਚਰਚ ਨੇ ਆਪਣੀ ਗਲਤੀ ਮੰਨ ਲਈ, ਤੇ ਚਰਚ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ ਕਿ ਗਲੀਲੀਓ ਠੀਕ ਤੇ ਅਸੀਂ ਗਲਤ ਸੀ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੀਆਂ ਮਨੌਤਾਂ ਦਾ ਪਹਿਲਾਂ ਹੀ ਖੰਡਨ ਕੀਤਾ ਹੋਇਆ ਸੀ। ਪਾਤਾਲਾ ਪਾਤਾਲ, ਲਾਖਾ ਗਾਸਾ ਗਾਸ ਇੱਕ ਇਸ ਦ੍ਰਿਸ਼ਟੀਕੋਣ ਦੇ ਨਾਲ ਜਿਹੜਾ ਆ ਦੇਖਿਆ ਗਿਆ ਸੀਗਾ। ਤੇ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਜਿਹੜਾ ਆ ਧਰਤੀਆਂ, ਆਕਾਸ਼ਾਂ, ਪਤਾਲਾਂ, ਸੂਰਜ ਮੰਡਲਾਂ, ਬ੍ਰਹਿਮੰਡਾਂ ਬਾਰੇ ਜਿਹੜੀ ਆ ਉਹ ਜਾਣਕਾਰੀ ਜਿਹੜੀ ਆ ਗੁਰਬਾਣੀ ਦੇ ਜਿਹੜੀ ਆ ਰੂਪ ਦੇ ਵਿੱਚ, ਗੁਰਬਾਣੀ ਦੀਆਂ ਸਤਰਾਂ 'ਚ ਪੰਕਤੀਆਂ 'ਚ ਜਿਹੜੀ ਆ ਉਹ ਦੱਸ ਦਿੱਤੀ ਸੀ। ਤੇ ਬ੍ਰਹਮ ਗਿਆਨੀਆਂ ਸੰਤ ਮਹਾਂਪੁਰਖਾਂ ਤੋਂ ਆਪਣੇ ਆਪ ਨੂੰ ਭਰੋਸਾਏ ਹੋਣ ਦਾ ਦਾਅਵਾ ਕਰਨ ਵਾਲੇ ਸੰਤ ਸਮਾਜ ਦੇ ਆਗੂ ਇਸ ਗੱਲ ਲਈ ਵੀ ਜਿਹੜਾ ਆ ਵਾਜਿਦ ਸਨ ਕਿ ਸੰਗਰਾਂਦ ਸਿਰਫ ਉਸ ਦਿਨ ਹੀ ਹੋ ਸਕਦੀ ਹੈ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਪਰ ਪੁਰੇਵਾਲ ਨੇ ਆਪਣੇ ਤੌਰ ਤੇ ਸੰਗਰਾਂਦਾਂ
ਮਿੱਥ ਦਿੱਤੀਆਂ ਨੇ ਜਿਸ ਨੂੰ ਕਦਾਚਿਤ ਵੀ ਜਿਹੜੇ ਆ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜੀ, ਭਾਰਤ ਵਿੱਚ ਸੂਰਜ ਅਨੁਸਾਰ ਪ੍ਰਚਲਿਤ ਬਿਕਰਮੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਹੀਂ ਹੈ। ਸਮੇਂ ਦੇ ਬੀਤਣ ਨਾਲ ਇਸ ਦੇ ਮਹੀਨੇ ਮੌਸਮਾਂ ਤੋਂ ਅਲਵਿਦਾ ਹੋ ਜਾਣਗੇ। ਇਸ ਦਾ ਮੁੱਖ ਕਾਰਨ ਬਿਕਰਮੀ ਸਾਲ ਦਾ ਮੌਸਮੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣਾ ਹੈ, ਜਿਸ ਕਾਰਨ ਬਿਕਰਮੀ ਕੈਲੰਡਰ ਵਿੱਚ 70-71 ਸਾਲਾਂ ਵਿੱਚ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ, ਜਦੋਂ ਕਿ ਸਾਂਝੇ ਸਾਲ ਈਸਵੀ ਦਾ ਮੌਸਮੀ ਸਾਲ ਨਾਲੋਂ 3300 ਸਾਲਾਂ ਵਿੱਚ ਸਿਰਫ ਇੱਕ ਦਿਨ ਦਾ ਹੀ ਫਰਕ ਪਵੇਗਾ। ਤੇ ਉਪਰੋਕਤ ਜਿਹੜੇ ਕਾਰਨ ਨੇ, ਜਿਹੜੇ ਸਾਰੇ ਕਾਰਨ ਨੇ, ਇਹਨਾਂ ਕਰਕੇ ਜੋ ਬਿਕਰਮੀ ਕੈਲੰਡਰ ਹੈ ਅਨੁਸਾਰ ਲਈਆਂ ਜਾਂ ਉਹਨਾਂ ਵਾਲੀਆਂ ਵਿਸਾਖੀ ਦੀਆਂ ਤਰੀਕਾਂ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ। ਜੀ ਬਿਲਕੁਲ। ਜੇ ਈਸਵੀ ਤੇ ਵਿਸਾਖ ਦੀ ਗੱਲ ਕਰੀਏ, ਈਸਵੀ ਜਿਹੜੀ ਆ 1753 ਵਿੱਚ ਜਿਹੜੀ ਆ 9 ਅਪ੍ਰੈਲ, 1799 ਵਿੱਚ 10 ਅਪ੍ਰੈਲ, 1899 ਵਿੱਚ 12 ਅਪ੍ਰੈਲ ਤੇ 1999 ਵਿੱਚ 14 ਅਪ੍ਰੈਲ, 2000 ਜਿਹੜਾ 2100 ਹਾਂ 21ਵੀਂ ਸਦੀ ਕਹਿ ਸਕਦੇ ਹਾਂ ਜੀ, 21ਵੀਂ ਸਦੀ ਵਿੱਚ 15 ਅਪ੍ਰੈਲ ਤੇ 21 ਜਿਹੜਾ ਆ 99 ਦੀ ਗੱਲ ਕਰੀਏ 2199 ਦੀ ਤੇ ਇਹ ਜਿਹੜਾ ਆ 16 ਅਪ੍ਰੈਲ। ਬਿਲਕੁਲ ਮਤਲਬ ਇੱਕ ਦਿਨ ਦਾ ਜਿਹੜਾ ਆ ਉਹ ਫਰਕ ਪੈ ਰਿਹਾ ਇਹਨਾਂ ਸਾਲਾਂ ਦੇ ਵਿੱਚ। ਤੇ ਜੇ ਦ੍ਰਿਸ਼ਟੀ ਕ੍ਰਮ ਤੋਂ ਜਿਹੜਾ ਬਿਕਰਮੀ ਦੇ ਕੈਲੰਡਰ ਦੇ ਨਾਲ ਜਿਹੜਾ ਅਸੀਂ ਦੇਖੀਏ ਕਿ ਸਾਲ ਪਹਿਲੀ ਵਿਸਾਖ ਭਾਵ ਵਿਸਾਖੀ ਤਕਰੀਬਨ 1100 ਸਾਲ ਬਾਅਦ ਜਿਹੜਾ ਅਪ੍ਰੈਲ ਦੀ ਬਜਾਏ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ 13000 ਸਾਲ ਬਾਅਦ ਇਹ ਵਿਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ। ਸੂਰਜ ਦਾ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਸਮਾਂ ਵੀ ਵੱਖ-ਵੱਖ ਸਾਲਾਂ ਵਿੱਚ ਵੱਖ-ਵੱਖ ਹੈ। ਇਸ ਕਾਰਨ ਹੀ ਸਾਲ ਜਿਹੜਾ ਆ ਹਰ ਸਾਲ ਇਸੇ ਮਹੀਨੇ ਦੇ ਦਿਨਾਂ ਦੀ ਗਿਣਤੀ ਬਦਲਦੀ ਰਹੇਗੀ। ਜਿਵੇਂ ਕਿ ਪਿਛਲੇ ਸਾਲਾਂ ਦੀਆਂ ਜਿਹੜੀਆਂ ਜੰਤਰੀਆਂ ਵੇਖਣ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਆ ਅਸੀਂ ਇਸ ਤਰ੍ਹਾਂ ਜਿਹੜਾ ਆ ਇਸ ਨੂੰ ਜਿਹੜਾ ਆ ਲਗਾਤਾਰ ਨੋਟਿਸ ਕੀਤਾ ਆ। ਜੀ, ਤੇ ਸਰਦਾਰ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁਕਵਾਂ ਹੈ, ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ਤੇ ਨਿਸ਼ਚਿਤ ਕਰ ਦਿੱਤੀ ਗਈ ਹੈ। ਅਗਲੇ 5 ਮਹੀਨੇ ਚੇਤ, ਵਿਸਾਖ, ਜੇਠ, ਹਾੜ, ਸਾਵਨ, 31 ਦਿਨਾਂ ਦੇ ਅਖੀਰਲੇ 7 ਮਹੀਨੇ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ 30 ਦਿਨਾਂ ਦੇ ਹੋਣਗੇ। ਜਿਸ ਸਾਲ ਲੀਪ ਦੇ ਸਾਲ ਵਿੱਚ ਫਰਵਰੀ 29 ਦਿਨਾਂ ਦੀ ਹੋਵੇਗੀ, ਉਸ ਸਾਲ ਇਸ ਮਹੀਨੇ ਵਿੱਚ ਆਰੰਭ ਹੋਣ ਵਾਲਾ ਮਹੀਨਾ ਫੱਗਣ ਆਪਣੇ 31 ਦਿਨ ਦਾ ਹੋ ਜਾਵੇਗਾ। ਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ਤੇ ਨਿਸ਼ਚਿਤ ਹੋਣ ਕਰਕੇ ਹਰ ਮਹੀਨੇ ਦਾ ਆਰੰਭ ਭਾਵ ਪਹਿਲੀ ਤਰੀਕ, ਜਿਸ ਨੂੰ ਬਿਕਰਮੀ ਕੈਲੰਡਰ ਨਾਲ ਜੁੜੇ ਰਹਿਣ ਦੀ ਵਕਾਲਤ ਕਰਨ ਵਾਲੇ ਵਿਪਰਵਾਦੀ ਸੋਚ ਦੇ ਲੋਕ ਧੱਕੇ ਨਾਲ ਹੀ ਸੰਗਰਾਂਦ ਦਾ ਨਾਮ ਦੇ ਰਹੇ ਹਨ, ਹਮੇਸ਼ਾ ਲਈ ਪੱਕੇ ਤੌਰ ਤੇ ਨਿਸ਼ਚਿਤ ਹੋ ਗਈ ਹੈ। ਜੀ, ਜਿਸ ਨੂੰ ਜਿਹੜਾ ਆ ਪਹਿਲੇ 2 ਮਹੀਨਿਆਂ ਦੇ ਆਰੰਭ ਵਿੱਚ 14 ਤਰੀਕ ਨੂੰ ਭਾਵ ਚੇਤ 14 ਮਾਰਚ, ਵਿਸਾਖ 14 ਜਾਂ ਅਪ੍ਰੈਲ 14 ਦੀ ਗੱਲ ਕਰੀਏ, ਅਗਲੇ 2 ਮਹੀਨੇ ਦਾ ਆਰੰਭ ਜਿਹੜਾ ਆ 15 ਤਰੀਕ ਨੂੰ ਭਾਵ ਜੇਠ 15 ਮਈ, ਹਾੜ 15 ਜੂਨ, ਅਗਲੇ 2 ਮਹੀਨੇ ਦਾ ਆਰੰਭ 16 ਤਰੀਕ ਨੂੰ ਭਾਵ ਸਾਵਣ 16 ਜੁਲਾਈ, ਭਾਦੋਂ ਦੀ ਜਿਹੜਾ 16 ਜੁਲਾਈ ਤੇ ਭਾਦੋਂ ਜਿਹੜੀ ਆ 16 ਅਗਸਤ ਤੇ 6 ਮਹੀਨੇ ਤੋਂ ਬਾਅਦ ਹੁਣ 2 ਦੇ ਜੁੱਟ ਦੇ ਮਹੀਨਿਆਂ ਦੀ ਆਰੰਭ ਦੀ ਜਿਹੜੀ ਤਰੀਕ ਇੱਕ ਕਰਕੇ ਜਿਹੜੀ ਆ ਘਟਣੀ ਸ਼ੁਰੂ ਹੋ ਜਾਵੇਗੀ। ਜਿਵੇਂ ਕਿ ਅੱਸੂ ਜਿਹੜਾ ਆ 15 ਸਤੰਬਰ, ਕੱਤਕ ਜਿਹੜਾ ਆ 15 ਅਕਤੂਬਰ, ਮੱਘਰ 14 ਨਵੰਬਰ, ਪੋਹ ਜਿਹੜਾ ਆ 14 ਦਸੰਬਰ ਤੇ ਮਾਘ 13 ਜਨਵਰੀ ਤੇ ਫੱਗਣ 12 ਫਰਵਰੀ। ਇਸੇ ਤਰ੍ਹਾਂ ਇਸ ਕੈਲੰਡਰ ਵਿੱਚ ਜਿੱਥੇ ਇੱਕ ਵਾਰ ਨਿਸ਼ਚਿਤ ਕੀਤੀਆਂ ਤਰੀਕਾਂ ਸਦਾ ਲਈ ਸਥਿਰ ਰਹਿਣਗੀਆਂ, ਉੱਥੇ ਹੀ ਇਸ ਦੇ ਨਾਲ ਔਸਤਨ ਲੰਬਾਈ 365 ਦਿਨ 5 ਘੰਟੇ 49 ਮਿੰਟ 12 ਸੈਕਿੰਡ, ਮੌਸਮੀ ਸਾਲ 365 ਦਿਨ 5 ਘੰਟੇ 48 ਮਿੰਟ ਤੇ 45 ਸੈਕਿੰਡ ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ ਮੌਸਮੀ ਰੁੱਤਾਂ ਨਾਲ ਤਕਰੀਬਨ ਜਿਹੜਾ ਆ ਜੁੜਿਆ ਰਹੇਗਾ। ਭਾਵ 3300 ਸਾਲ ਪਹਿਲਾਂ ਜਿਹੜਾ ਆ 3300 ਸਾਲ ਵਿੱਚ ਜਿਹੜਾ ਆ ਕੇਵਲ ਇੱਕ ਦਿਨ ਦਾ ਜਿਹੜਾ ਆ ਉਹ ਫਰਕ ਪਏਗਾ, ਜਦੋਂ ਬਿਕਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ ਜਿਹੜਾ ਆ ਤਕਰੀਬਨ 20 ਮਿੰਟ ਵੱਧ ਕੇ ਜਿਹੜੀ ਆ ਉਹ ਚੱਲਦੀ ਹੈ ਤੇ 70-71 ਸਾਲਾਂ ਵਿੱਚ ਇੱਕ ਦਿਨ ਦਾ ਜਿਹੜਾ ਆ ਉਹ ਫਰਕ ਪੈ ਜਾਂਦਾ ਹੈ। ਸੋ ਸਮਝਣ ਤੇ ਯਾਦ ਰੱਖਣ ਵਿੱਚ ਬਹੁਤ ਹੀ ਆਸਾਨ ਤੇ ਗੁਰਬਾਣੀ ਵਿੱਚ ਵਰਣਨ ਕੀਤੇ ਮਹੀਨਿਆਂ ਦੀਆਂ ਰੁੱਤਾਂ ਨਾਲ ਹਮੇਸ਼ਾ ਲਈ ਜੁੜੇ ਰਹਿਣ ਵਾਲੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਸਿਰਫ ਉਹ ਲੋਕ ਕਰਦੇ ਹਨ ਜਿਨ੍ਹਾਂ ਨੂੰ ਦਸਵੀਆਂ, ਪੂਰਨਮਾਸ਼ੀਆਂ, ਮੱਸਿਆ ਤੇ ਸੰਗਰਾਂਦਾਂ ਮਨਾਉਣ ਦੇ ਬਹਾਨੇ ਆਪਣੇ ਡੇਰਿਆਂ ਦੀ ਆਮਦਨ ਵਧਾਉਣ ਦੀ ਹਮੇਸ਼ਾ ਚਿੰਤਾ ਰਹਿੰਦੀ ਹੈ। ਇਹਨਾਂ ਦਿਨਾਂ ਨੂੰ ਪਵਿੱਤਰ ਦਿਹਾੜੇ ਤੇ ਜਨ ਜੀਵਨ ਤੇ ਵਿਸ਼ੇਸ਼ ਅਸਰ ਪਾਉਣ ਦਾ ਭ੍ਰਮਜਾਲ ਪੈਦਾ ਕਰਕੇ ਭੋਲੇ ਲੋਕਾਂ ਤੋਂ ਦਾਨ ਦਖਨਾ ਲੈਣ ਲਈ ਇਹਨਾਂ ਦਿਨਾਂ ਨੂੰ ਵਿਸ਼ੇਸ਼ ਮਹੱਤਵ ਦੇਣ ਦਾ ਪ੍ਰਚਾਰ ਕਰਨ ਵਾਲੇ ਬ੍ਰਾਹਮਣ ਨੂੰ ਸੰਬੋਧਨ ਕਰਦੇ ਹੋਏ ਭਗਤ ਕਬੀਰ ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ, आपन ऊंच नीच कर भोजन, हठे कर्म कर उदर पर है। जी, 14 अमावस रच रच मांगै, कर दीपक लै कूप पर है। कि ਜਿਹੜਾ ਆ ਜਿਸ ਦੇ ਅਰਥ ਇਸ ਤਰ੍ਹਾਂ ਦੇ ਨੇ ਕਿ हे ਬ੍ਰਾਹਮਣ,
ਤੂੰ ਆਪਣੇ ਆਪ ਨੂੰ ਉੱਚੀ ਕੁੱਲ ਦਾ ਸਮਝਦਾ ਹੈ ਪਰ ਭੋਜਨ ਖਾਂਦਾ ਹੈ ਤੇ ਆਪਣੇ ਤੋਂ ਨੀਵੀਂ ਕੁੱਲ ਨੂੰ ਜਿਹੜਾ ਆ ਮਾੜਾ ਬੋਲਦਾ ਆ, ਤੂੰ ਉਹਨਾਂ ਬਾਰੇ ਗਲਤ ਬੋਲਦਾ ਆ, ਤੂੰ ਉਹਨਾਂ ਬਾਰੇ ਸਹੀ ਨਹੀਂ ਸੋਚ ਰੱਖਦਾ। ਤੂੰ ਹੱਠ ਵਾਲੇ ਕਰਮ ਕਰਕੇ ਆਪਣੇ ਪੇਟ ਪਾਲਦਾ ਹੈ ਤੇ 14 ਤੇ ਮੱਸਿਆ ਆਦਿਕ ਤਿੱਥਾਂ ਬਨਾਵਟੀ ਥਾਪ ਕੇ ਜਜਮਾਨਾਂ ਪਾਸੋਂ ਜਿਹੜਾ ਆ ਪੈਸੇ ਮੰਗਦਾ ਆ, ਦਕਸ਼ਨਾ ਮੰਗਦਾ, ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈ, ਪਰ ਇਹ ਵਿਦਿਆ ਰੂਪ ਦੀਵਾ ਹੱਥ ਵਿੱਚ ਫੜ ਕੇ ਤੂੰ ਫਿਰ ਵੀ ਜਿਹੜਾ ਆ ਖੂਹ ਵਿੱਚ ਡਿੱਗ ਰਿਹਾ। ਜੀ, ਗੁਰਬਾਣੀ ਵਿੱਚ ਤਾਂ ਸਗੋਂ ਇਹਨਾਂ ਤਿੱਥਾਂ ਵਾਰਾਂ ਪੂਜਨ ਵਾਲਿਆਂ ਨੂੰ ਮੂਰਖ ਗਵਾਰ ਤੱਕ ਕਿਹਾ ਗਿਆ ਹੈ। ਆਪੇ ਪੂਰਾ ਕਰੇ ਸੋ ਹੋਏ ਇਹ ਥਿਤੀਵਾਰ ਦੂਜਾ ਦੋਏ, ਸਤਗੁਰ ਬਾਜੋ ਅੰਧ ਗੁਬਾਰ ਥਿਤੀਵਾਰ ਸੇਵੈ ਮੁਕਤ ਗਵਾਰ, ਨਾਨਕ ਗੁਰਮੁਖ ਬੂਝੇ ਸੋਜੀ ਪਾਏ, ਇਕਤ ਨਾਮ ਸਦਾ ਰਹਿ ਸਮਾਏ। ਜਿਸ ਦੇ ਅਰਥ ਹਨ, ਹੇ ਭਾਈ, ਪੂਰਨ ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ। ਖਾਸ ਤਿੱਥਾਂ ਨੂੰ ਚੰਗੀਆਂ ਜਾਣ ਕੇ ਪਟਕਦੇ ਨਾ ਫਿਰੋ, ਸਗੋਂ ਇਹ ਤਿੱਥਾਂ ਇਹ ਵਾਰ ਮਨਾਏ ਜਾਣ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਨ ਬਣਦੇ ਹਨ, ਮੇਰ ਤੇਰ ਪੈਦਾ ਕਰਦੇ ਹਨ। ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮਨੁੱਖ ਆਤਮਿਕ ਜੀਵਨ ਵੱਲੋਂ ਪੂਰੇ ਤੌਰ ਤੇ ਅੰਨਾ ਹੋਇਆ ਰਹਿੰਦਾ ਹੈ। ਗੁਰੂ ਦਾ ਆਸਰਾ ਪਰਨਾ ਛੱਡ ਕੇ ਮੂਰਖ ਮਨੁੱਖੀ ਤਿੱਥਾਂ ਤੇ ਵਾਰ ਮਨਾਉਂਦੇ ਫਿਰਦੇ ਹਨ। ਹੇ ਨਾਨਕ, ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਸਮਝਦਾ ਹੈ ਉਸ ਨੂੰ ਆਤਮਿਕ ਜੀਵਨ ਦੀ ਸੂਝ ਆ ਜਾਂਦੀ ਹੈ। ਉਹ ਮਨੁੱਖ ਸਦਾ ਸਿਰਫ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ। ਸੋ ਦਿੱਤੀ ਗਈ ਜਿਹੜੀ ਆ ਜਾਣਕਾਰੀ ਵਿੱਚ ਸਾਰੀ ਵਿਚਾਰ ਨੂੰ ਗੁਰੂ ਦੇ ਹਰ ਸਿੱਖ ਆਪਣੇ ਮਨ ਵਿੱਚ ਵਾਰ-ਵਾਰ ਸੋਚ ਕੇ ਤੇ ਵਿਚਾਰ ਕੇ ਜ਼ਰੂਰ ਦੇਖਣ। ਇਹ ਸਾਡੇ ਲਈ ਦੋਸ਼ ਭਰਪੂਰ ਬਿਕਰਮੀ ਕੈਲੰਡਰ ਜੋ ਸਮਝਣ ਤੇ ਯਾਦ ਰੱਖਣ ਵਿੱਚ ਅਤੀ ਮੁਸ਼ਕਿਲ ਹੈ ਜਾਂ ਠੀਕ ਹੈ, ਜਾਂ ਇਹ ਵਿਗਿਆਨ ਅਤੇ ਗੁਰਬਾਣੀ ਨਾਲ ਮੇਲ ਖਾਣ ਵਾਲਾ ਹੈ। ਨਾਨਕਸ਼ਾਹੀ ਕੈਲੰਡਰ ਜੋ ਹੁਣ ਤੱਕ ਦੁਨੀਆ ਦੇ ਬਣੇ ਕੈਲੰਡਰਾਂ ਵਿੱਚੋਂ ਮੌਸਮੀ ਕੈਲੰਡਰ ਦੇ ਸਭ ਤੋਂ ਨੇੜੇ ਤੇ ਜਿਹੜਾ ਆ ਉਹ ਵੱਧ ਨੇੜੇ ਆ ਤੇ ਸਮਝਣ ਤੇ ਯਾਦ ਰੱਖਣ ਵਿੱਚ ਵੀ ਸਭ ਤੋਂ ਆਸਾਨ ਹੈ, ਅਪਣਾਉਣਾ ਯੋਗ ਹੈ। ਇਹ ਸਵਾਲ ਬਿਲਕੁਲ ਵੀ ਜਿਹੜਾ ਆ ਨਿਰਾਧਾਰ ਹੈ ਕਿ ਗੁਰੂ ਸਾਹਿਬ ਜੀ ਦੇ ਸਮੇਂ ਜੋ ਕੈਲੰਡਰ ਲਾਗੂ ਸੀ ਸਾਨੂੰ ਉਹੀ ਅਪਣਾਉਣਾ ਚਾਹੀਦਾ ਹੈ। ਪਹਿਲੀ ਗੱਲ ਇਹ ਕਿ ਗੁਰੂ ਸਾਹਿਬ ਜੀ ਦੇ ਸਮੇਂ ਤਾਂ ਭਾਰ ਦੀਆਂ ਇਕਾਈਆਂ ਵੀ ਜਿਹੜੀਆਂ ਰੱਤੀ, ਮਾਸਾ, ਤੋਲਾ, ਸੇਰ, ਮਣ ਆਦਿਕ ਜਿਹੜਾ ਆ ਉਹ ਵਰਤੇ ਜਾਂਦੇ ਸਨ। ਲੰਬਾਈਆਂ ਦੀਆਂ ਜਿਹੜੀਆਂ ਇਕਾਈਆਂ ਉਹ ਉਂਗਲਾਂ, ਹੱਥ, ਕਦਮ, ਕੋਹ, ਯੋਜਨ ਆਦਿ ਜਿਹੜੇ ਨੇ ਉਹ ਵਰਤੇ ਜਾਂਦੇ ਸਨ। ਤੇ ਜਿਹੜੇ ਵਿਸਵੇ, ਚੱਸੇ, ਘੜੀਆਂ, ਪਹਿਰਾ ਜਿਵੇਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਆ। ਰੋਹੀ ਜੀ ਜਦੋਂ ਆਪਾਂ ਕੀਰਤਨ 16 ਸਾਹਿਬ ਦਾ ਪਾਠ ਕਰਦੇ ਹਾਂ ਉਦੋਂ ਵੀ ਜਿਹੜਾ ਆ ਸ਼ਬਦਾਂ ਦੀ ਜਿਹੜੀ ਆ ਸਾਨੂੰ ਇਸ ਦਾ ਜਿਹੜਾ ਆ ਪੜ੍ਹਨਾ ਪੈਂਦਾ ਆ, ਹੈ ਨਾ। ਤੇ ਇਸੇ ਤਰ੍ਹਾਂ ਜਿਹੜਾ ਅੱਜ ਕੱਲ੍ਹ ਸਾਰੀਆਂ ਇਕਾਈਆਂ ਦੀ ਥਾਂ 'ਤੇ ਜਿਹੜਾ ਆ MKS ਸਿਸਟਮ ਦੀਆਂ ਇਕਾਈਆਂ ਵਰਤੀਆਂ ਜਾਣ ਲੱਗ ਗਈਆਂ, ਕਿਉਂਕਿ ਇਹਨਾਂ ਵਿੱਚ ਹਿਸਾਬ ਕਿਤਾਬ ਕਰਨ ਵਿੱਚ ਜਿਹੜਾ ਆ ਬੜੀ ਆਸਾਨੀ ਹੁੰਦੀ ਰਹਿੰਦੀ ਹੈ ਤੇ ਸਾਨੂੰ ਜਿਹੜਾ ਹੈ ਆਸਾਨ ਵੀ ਲੱਗਦਾ ਹੈ। ਤੇ ਰੋਹਿਤ ਜੀ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਇਹ ਨਹੀਂ ਲੱਗਦਾ ਕਿ ਅਸੀਂ ਜਿਹੜਾ ਟੈਕਨੋਲੋਜੀ ਨੂੰ ਤਾਂ ਜਿਹੜਾ ਆ ਅਸੀਂ ਵਰਤੀ ਰਹੇ ਹਾਂ ਤੇ ਉਹ ਟੈਕਨੋਲੋਜੀ ਦੇ ਵਿੱਚ ਅਸੀਂ ਕੁਝ ਆਲਸੀ ਵੀ ਹੋ ਗਏ ਹਾਂ। ਅਸੀਂ ਹਰੇਕ ਚੀਜ਼ ਦੇ ਵਿੱਚ ਜਿਹੜੀ ਆ ਸੌਖ ਭਾਲਦੇ ਹਾਂ, ਔਖਿਆਈ ਵਾਲੇ ਕੰਮ ਕਰਨੇ ਸਾਨੂੰ ਔਖੇ ਲੱਗਦੇ ਆ। ਪਹਿਲਾਂ ਅਸੀਂ ਹਲ ਵਾਉਂਦੇ ਸੀਗੇ, ਸਵੇਰੇ ਉੱਠਦੇ ਸੀਗੇ, ਮੁਰਗਾ ਬਾਂਗ ਦਿੰਦਾ ਹੁੰਦਾ ਸੀਗਾ ਤੇ ਸਾਨੂੰ ਪਤਾ ਲੱਗ ਜਾਂਦਾ ਸੀਗਾ ਕਿ ਇਹ ਤੜਕਾ ਹੈ, ਯਾਨੀ ਕਿ 4 ਦਾ 4:30 ਦਾ ਹੱਦ 5 ਦਾ ਟਾਈਮ ਹੋਏਗਾ। ਤੇ ਉਦੋਂ ਜਦੋਂ ਗੁਰਦੁਆਰਿਆਂ ਦੇ ਭਾਈ ਜੀ ਮੁਰਗੇ ਵੀ ਸੁੱਤੇ ਰਹਿੰਦੇ ਹੋਣੇ ਬਿਲਕੁਲ ਹੋ ਸਕਦਾ ਜੀ। ਤੇ ਜਿਹੜੇ ਭਾਈ ਜੀ ਹੁੰਦੇ ਸੀਗੇ ਗੁਰਦੁਆਰੇ ਦੇ ਵਿੱਚ, ਬਾਬਾ ਜੀ, ਉਹ ਵੀ ਮਤਲਬ 4:30 ਵਜੇ 4 ਵੇਲੇ ਅੰਮ੍ਰਿਤ ਵੇਲਾ ਮੰਨ ਕੇ ਜਿਹੜਾ ਆ ਉੱਠ ਕੇ ਗੁਰਦੁਆਰਾ ਦੇ ਵਿੱਚ ਅਨਾਉਂਸਮੈਂਟ ਕਰਦੇ ਸੀ, ਫਤਿਹ ਬੁਲਾਉਂਦੇ ਸੀਗੇ ਤੇ ਜਿਹੜਾ ਨਿਤਨੇਮ ਜਿਹੜਾ ਆ ਉਹ ਕਰਦੇ ਹੁੰਦੇ ਸੀ ਤੇ ਇਤੋਂ ਵੀ ਪਤਾ ਲੱਗ ਜਾਂਦਾ ਸੀਗਾ ਕਿ ਜਿਹੜਾ ਅੰਮ੍ਰਿਤ ਵੇਲਾ ਹੋ ਗਿਆ। ਤੇ ਹੁਣ ਸਾਡੇ ਕੋਲ ਜਿਹੜਾ ਆ ਅਲਾਰਮ ਵੀ ਨੇ ਤੇ ਜਿਹੜਾ ਆ ਸਾਡੇ ਕੋਲ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਸੁਖਾਈ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦੇ ਬਾਵਜੂਦ ਵੀ ਜਿਹੜਾ ਆ ਅਸੀਂ ਜਿਹੜਾ ਆ ਫਿਰ ਵੀ ਉਲਝੇ ਰਹਿੰਦੇ ਆ। ਸਾਡੇ ਲਈ ਜਿਹੜੀਆਂ ਟੈਕਨੋਲੋਜੀ ਦਾ ਜ਼ਮਾਨਾ ਸਗੋਂ ਹੋਰ ਉਲਝਣ ਵਾਲਾ ਆ ਕਿ ਜਿਹੜਾ ਪਹਿਲਾਂ ਦਾਦੀ ਕਹਿੰਦੇ ਹੁੰਦੇ ਸੀ ਅਸੀਂ ਤਾਰਿਆਂ ਨੂੰ ਵੇਖ ਕੇ ਹਿਸਾਬ ਲਗਾਉਂਦੇ ਸੀ ਕਿ ਟਾਈਮ ਕਿੰਨਾ ਹੈ, ਤੇ ਜਦੋਂ ਦਾਦੀ ਜੀ ਨੂੰ ਪੁੱਛਿਆ ਤੁਸੀਂ ਤੁਹਾਡਾ ਬਰਥ ਕਦੋਂ ਹੋਇਆ ਤੇ ਕਹਿੰਦੇ ਸੀ ਕਿ ਸੰਗਰਾਂਦ ਤੋਂ 4 ਦਿਨ ਪਹਿਲਾਂ ਹੋਇਆ ਸੀਗਾ। ਬਿਲਕੁਲ ਜੀ, ਬਿਲਕੁਲ। ਕੁਝ ਸਿੱਧਾਂ ਦੇ ਜਿਹੜੇ ਆ ਉਹ ਤੱਥ ਰੱਖੇ ਜਾਂਦੇ ਸਨ। ਇਹ ਸੀਗਾ ਅੱਜ ਦਾ ਇਤਿਹਾਸ ਨਵੇਂ ਸਾਲ ਤੇ ਰੂਹੀ ਜੀ ਗਰੋਵਰ ਵੱਲੋਂ, ਗਗਨਦੀਪ ਸਿੰਘ ਅਨੰਦਪੁਰੀ ਵੱਲੋਂ ਤੇ ਸੰਗਤ TV ਵੱਲੋਂ ਸਾਰੇ ਹੀ ਜਗਤ ਨੂੰ ਇਸ ਜਿਹੜਾ ਨਵੇਂ ਸਾਲ ਦੀਆਂ ਲੱਖ ਮੁਬਾਰਕਾਂ। ਤੇ ਹੁਣ ਵੇਲਾ ਹੋ ਰਿਹਾ ਸਾਡੇ ਜਾਣ ਦਾ। ਸ਼ੋਅ ਦਾ ਸਮਾਂ ਸਮਾਪਤ ਹੈ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।